मैं नहीं चाहता कि चंडीगढ़ पंजाब में जाए। ਸਰ ਇਹ ਵੀ ਚਰਚਾ ਹੈਗੀ ਹੈ ਕਿ ਪ੍ਰਧਾਨ ਮੰਤਰੀ ਕਰਜ਼ਿਆਂ ਸੰਬੰਧੀ ਕਿਸਾਨੀ ਕਰਜ਼ਿਆਂ ਸੰਬੰਧੀ ਕੋਈ ਐਲਾਨ ਕਰ ਸਕਦੇ ਨੇ, ਪੰਜਾਬ ਨੂੰ ਕੋਈ ਪੈਕੇਜ ਦਿੱਤਾ ਜਾ ਸਕਦਾ, ਇਸ ਤਰ੍ਹਾਂ ਦੀਆਂ ਵੀ ਚਰਚਾਵਾਂ ਚੱਲੀਆਂ ਹੋਈਆਂ ਨੇ। ਉਹ ਕੋਸ਼ਿਸ਼ ਕਰ ਰਹੇ ਹੈ ਆਪਣੇ ਨੂੰ ਪੇਸ਼ ਕਰਦਾ ਸਿੱਖਾਂ ਦਾ ਹਮਦਰਦ। ਪੰਜਾਬ ਦੇ ਕਿਹੜੇ ਮੁੱਦੇ ਨੇ ਜਿਹੜੇ ਪ੍ਰਧਾਨ ਮੰਤਰੀ ਤੋਂ ਹੱਲ ਹੋਣ ਦੀ ਕੋਈ ਸੰਭਾਵਨਾ ਜਾਂ ਸੰਕੇਤ ਹੋ ਸਕਦੇ ਨੇ? ਸੋ ਇਹ ਆਰਗੂਮੈਂਟ ਆਪਣੇ ਆਪ ਦੇ ਵਿੱਚ ਹੀ ਗਲਤ ਹੈ ਕਿ ਪਹਿਲਾਂ ਟੈਰਰਿਜ਼ਮ ਖਤਮ ਹੋਵੇ ਫਿਰ ਇਹ ਬਾਰਡਰ ਖੋਲ੍ਹੀ ਜਾਵੇ। ਕਾਂਗਰਸ ਨੂੰ ਤਾਂ ਹੁਣ ਕੋਈ ਆਪੋਜੀਸ਼ਨ ਦੀ ਲੋੜ ਨਹੀਂ, ਕਿਉਂਕਿ ਨਵਜੋਤ ਸਿੰਘ ਸਿੱਧੂ ਉਹ ਘਰ ਪੂਰਾ ਕਰ ਰਹੇ ਹੈ। ਉਹ ਰੋਜ਼ ਆਪਣੀ ਸਰਕਾਰ ਨੂੰ ਹੀ ਠੋਕਦੇ ਆ। ਉਹਨਾਂ ਦੀ ਪਾਲਿਸੀ ਤਾਂ ਉਹ ਠੋਕੋ ਤਾੜੀ ਨਹੀਂ, ਉਹ ਠੋਕੋ ਕਾਂਗਰਸ ਹੈ ਬੇਸਿਕਲੀ। ਸਾਡੀ ਬਿਊਰੋਕ੍ਰੇਸੀ ਇਹਨੇ ਇੱਕ ਬੈਂਕਰਪਟ ਹੈ, ਮੈਂ ਕਹਿੰਦਾ, ਅਤੇ ਕਰਪਟ ਹੈ। ਕਿਸਾਨੀ ਸੰਘਰਸ਼ ਦੇ ਵਿੱਚ ਖਾਸ ਕਰਕੇ ਇਹ ਐਕਟਿਵ ਹੋਏ ਵੀ ਅਸੀਂ ਪੰਜਾਬ ਬਹੁਤ ਸੰਕਟ 'ਚ ਲੈ ਗਿਆ ਅਤੇ ਆਪਾਂ ਬਾਹਰ ਕੱਢਣਾ। ਭਾਈ ਤੁਸੀਂ ਤਾਂ ਰਾਜ ਚਲਾਉਂਦੇ ਰਹੇ। ਤੁਸੀਂ ਮੁੱਖ ਮੰਤਰੀ ਦੀ ਕੁਰਸੀ ਤੁਹਾਡੇ ਕੋਲ, ਪ੍ਰਧਾਨ ਮੰਤਰੀ ਤੁਹਾਡਾ ਆੜੀ ਹੋਵੇ ਬੀਜੇਪੀ ਦਾ, ਇੱਕ ਕੰਮ ਨਹੀਂ ਕਰਾ ਸਕੇ ਪੰਜਾਬ ਦਾ। ਕਹਿਣ ਦੇ ਵਿੱਚ ਤਾਂ ਕਮਿਟਮੈਂਟ ਸਾਰੀ ਹੁੰਦੀ ਹੈ, ਲਿਖਤੀ ਵੀ ਹੋ ਜਾਂਦੀ ਹੈ, ਐਕਸ਼ਨ 'ਚ ਨਹੀਂ ਹੁੰਦੀ। ਇਹਦਾ ਮਤਲਬ ਇਹ ਹੈ ਕਿ ਕਿਤੇ ਘਾਟ ਹੈਗੀ ਹੈ ਕਮਿਟਮੈਂਟ ਦੇ ਵਿੱਚ। ਪੰਜਾਬ ਕਿਤੇ ਭਰੋਸਾ ਕਰੂਗਾ ਜੀ? ਪੰਜਾਬ ਜਾਊਗਾ ਕਿੱਧਰ ਨੂੰ? ਹਰੇਕ ਹੀ ਮਤਲਬ ਪੰਜਾਬ ਨਾਲ ਧੋਖਾ ਕਰਨ ਵਾਸਤੇ ਸਾਰੇ ਲੀਡਰ ਆਉਂਦੇ ਆ। ਹੁਣ ਰਾਹੁਲ ਗਾਂਧੀ ਕਿਹੜੀ ਛੁੱਟੀ ਕੱਟਣ ਨਾਰ ਕੇ ਗਏ ਅੱਜ ਕੱਲ੍ਹ? ਪੰਜਾਬ ਦਾ ਚੋਣਾਂ ਦਾ ਮਾਹੌਲ ਇੰਨਾ ਦਿਲਚਸਪ ਮੈਂ ਅੱਜ ਤੱਕ ਪਹਿਲਾਂ ਕਦੇ ਨਹੀਂ ਦੇਖਿਆ। ਜਿਹੜਾ ਲੀਡਰ ਇਹਨਾਂ ਦਾ ਇੰਨੇ ਸਾਲਾਂ ਤੋਂ ਪੰਜਾਬ ਦਾ ਪ੍ਰਧਾਨ ਹੈ, ਉਹਨੂੰ ਨਾਲ ਬਿਠਾ ਕੇ ਜਦੋਂ ਕੇਜਰੀਵਾਲ ਜੀ ਕਹਿੰਦੇ ਹੈ ਕਿ ਤੁਹਾਨੂੰ ਇੱਕ ਅੱਛਾ ਸਿੱਖ ਫੇਸ ਦਿਆਂਗੇ, ਇਹਨਾਂ ਦੇ ਪ੍ਰਧਾਨ 'ਤੇ ਕੀ ਗੁਜ਼ਰੀ ਹੋਏਗੀ ਉਸ ਦਿਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਤੇ ਮੈਂ ਹਾਂ ਨਿਰਮਲ ਸਿੰਘ ਮਾਨਸ਼ਈਆ। ਪੰਜਾਬ ਦੀ ਸਿਆਸਤ ਭਖੀ ਹੋਈ ਆ। 2022 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਪੱਤੇ ਖਿੜਨੇ ਸ਼ੁਰੂ ਕਰ ਦਿੱਤੇ ਨੇ ਤੇ ਕੀ ਸਰਗਰਮੀਆਂ ਨੇ, ਕਿਸ ਤਰ੍ਹਾਂ ਦੀ ਰਣਨੀਤੀ ਚੱਲ ਰਹੀ ਹੈ ਪੰਜਾਬ ਦੇ ਵਿੱਚ, ਚੋਣਾਂ ਦਾ ਮਾਹੌਲ ਗਰਮਾਇਆ ਹੋਇਆ। ਅਸੀਂ ਗੱਲਬਾਤ ਕਰਦੇ ਹਾਂ ਸੀਨੀਅਰ ਪੱਤਰਕਾਰ ਤੇ ਉੱਘੇ ਲੇਖਕ ਸਰਦਾਰ ਜਗਤਾਰ ਸਿੰਘ ਹੋਰਾਂ ਦੇ ਨਾਲ, ਜਿਹੜੇ ਕਿ ਪੰਜਾਬ ਦੀ ਸਿਆਸਤ ਨੂੰ ਸਮਝਦੇ ਨੇ ਤੇ ਡੂੰਘਾਈ ਦੇ ਵਿੱਚ ਉਹਨਾਂ ਨੇ ਗਰਾਊਂਡ ਜ਼ੀਰੋ ਦੇ ਉੱਤੇ ਜਾ ਕੇ ਪੱਤਰਕਾਰੀ ਕੀਤੀ ਹੈ। ਲੰਬਾ ਤਜਰਬਾ ਹੈ ਉਹਨਾਂ ਦਾ, ਕਈ ਦਹਾਕਿਆਂ ਦਾ, ਤੇ ਅਸੀਂ ਉਹਨਾਂ ਦੇ ਵਿਚਾਰ ਸੁਣਦੇ ਹਾਂ ਤੇ ਕਿਸ ਤਰ੍ਹਾਂ ਪੰਜਾਬ ਦੀ ਸਿਆਸਤ ਦੇ ਵਿੱਚ ਦਾਅਪੇਚ ਚੱਲ ਰਹੇ ਨੇ, ਇਹਨਾਂ ਬਾਰੇ ਗੱਲਬਾਤ ਕਰਦੇ ਹਾਂ। ਸਰ, ਤੁਹਾਡਾ ਸਵਾਗਤ ਹੈ ਜੀ ਸਾਡੇ ਸਟੂਡੀਓ ਦੇ ਵਿੱਚ। ਥੈਂਕ ਯੂ ਸਰ, ਜਿਸ ਤਰ੍ਹਾਂ ਕਿ ਪੰਜਾਬ ਦੀ ਸਿਆਸਤ ਦਾ ਮਾਹੌਲ ਭਖਿਆ ਹੋਇਆ, ਸਾਰੀਆਂ ਸਿਆਸੀ ਪਾਰਟੀਆਂ ਆਪੋ ਆਪਣੇ ਦਾਅਪੇਚ ਖੇਡਣ ਲੱਗ ਗਈਆਂ ਨੇ, ਚਾਹੇ ਬੀਜੇਪੀ ਦੀ ਗੱਲ ਹੋਵੇ, ਚਾਹੇ ਕਾਂਗਰਸ ਪਾਰਟੀ ਦੀ ਗੱਲ ਹੋਵੇ, ਜਾਂ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੀ ਗੱਲ ਹੋਵੇ। ਤੁਸੀਂ ਇਸ ਸਿਆਸੀ ਜਿਹੜਾ ਘਟਨਾਕ੍ਰਮ ਹੋ ਰਹੇ ਨੇ ਉਹਨੂੰ ਕਿਵੇਂ ਦੇਖ ਰਹੇ ਹੋ ਜੀ? ਦੇਖੋ, ਪੰਜਾਬ ਦਾ ਚੋਣਾਂ ਦਾ ਮਾਹੌਲ ਇੰਨਾ ਦਿਲਚਸਪ ਮੈਂ ਅੱਜ ਤੱਕ ਪਹਿਲਾਂ ਕਦੇ ਨਹੀਂ ਦੇਖਿਆ। ਮੈਂ 1980 ਤੋਂ ਚੋਣਾਂ ਕਵਰ ਕਰਦਾ ਆ ਰਿਹਾ, ਲੋਕ ਸਭਾ, ਅਸੈਂਬਲੀ, ਉਸ ਤੋਂ ਪਹਿਲਾਂ SGPC ਵੀ 79 ਦੇ ਵਿੱਚ। ਲੇਕਿਨ ਜਿਹੜਾ ਮਾਹੌਲ ਐਤਕੀ ਸਿਰਜਿਆ ਜਾ ਰਿਹਾ ਹੈ ਅਤੇ ਜਿੰਨੀਆਂ ਧਿਰਾਂ ਐਤਕੀ ਕੰਪੀਟ ਕਰ ਰਹੀਆਂ, ਇਹ ਪੰਜਾਬ ਦੇ ਵਿੱਚ ਪਹਿਲਾਂ ਕਦੇ ਨਹੀਂ ਵਾਪਰਿਆ। 2017 ਤੱਕ ਤਾਂ ਵਰਚੁਅਲੀ ਹੁੰਦਾ ਸੀ, ਉਸ ਤੋਂ ਪਹਿਲਾਂ, ਕਿ ਅਕਾਲੀ ਦਲ ਅਤੇ ਕਾਂਗਰਸ ਆਪਸ 'ਚ ਭਿੜਦੀ ਸੀ। 17 'ਚ ਆਪ ਵਾਲੇ ਵੀ ਆ ਗਏ, ਰਾਦਰ 14 ਦੇ ਵਿੱਚ ਲੋਕ ਸਭਾ 'ਚ ਆਪ ਵਾਲੇ ਪੰਜਾਬ 'ਚ ਐਂਟਰ ਕਰ ਗਏ ਸੀਗੇ। ਲੇਕਿਨ ਹੁਣ 5 ਧਿਰਾਂ ਐਤਕੀ ਜਿਹੜੀਆਂ ਹੋਈਆਂ ਪਹਿਲੀ ਵਾਰੀ ਹੈ। BJP ਆਪਣੇ ਆਪ ਦੇ ਵਿੱਚ ਧਿਰ ਬਣ ਕੇ ਉੱਭਰੀ ਹੈ। ਕੈਪਟਨ ਅਮਰਿੰਦਰ ਸਿੰਘ ਆਪਣੀ ਨਵੀਂ ਪਾਰਟੀ ਬਣਾ ਕੇ ਅਤੇ ਢੀਂਡਸਾ ਹੋਰਾਂ ਨੂੰ, ਸੁਖਦੇਵ ਸਿੰਘ ਹੋਰਾਂ ਨੂੰ ਨਾਲ ਲੈ ਕੇ BJP ਨਾਲ ਅਲਾਇੰਸ ਕਰ ਗਏ। ਜੇ ਪਿੱਛੇ ਨਿਗਾਹ ਮਾਰੀਏ, 6 ਮਹੀਨੇ ਪਹਿਲਾਂ ਇਹ ਕੋਈ ਸੋਚ ਨਹੀਂ ਸੀ ਸਕਦਾ ਕਿ ਪੰਜਾਬ ਦਾ ਜਿਹੜਾ ਸੀਨ ਹੈ ਇਸ ਤਰੀਕੇ ਨਾਲ ਐਮਰਜ ਹੋਵੇਗਾ। ਔਰ ਸਭ ਤੋਂ ਦਿਲਚਸਪ ਹੋਰ ਅੱਗੇ ਚੱਲਿਆ ਕਿ ਕਿਸਾਨੀ ਦੀ ਇੱਕ ਧਿਰ ਚੋਣ ਮੈਦਾਨ ਨਿੱਤਰ ਕੇ ਆ ਗਈ। ਸੋ 5 ਧਿਰਾਂ ਇਸ ਵੇਲੇ ਕੰਪੀਟ ਕਰਨਗੀਆਂ ਜੀ, ਅਤੇ ਇਸੇ ਕਰਕੇ ਐਤਕੀ ਪਹਿਲੀ ਵਾਰ ਹੈ ਕਿ ਕਿਸੇ ਨੂੰ ਇਹ ਅੰਦਾਜ਼ਾ ਹੀ ਨਹੀਂ ਹੋ ਰਿਹਾ ਕਿ ਇਹਦਾ ਨਤੀਜਾ ਕੀ ਨਿਕਲੇਗਾ ਜੀ। ਇੱਕ ਗੱਲ ਜ਼ਰੂਰ ਕਹੀ ਜਾਂਦੀ ਹੈ ਆਮ ਲੋਕਾਂ ਦੇ ਵਿੱਚ
ਕਿ ਅਕਾਲੀ ਵੀ ਪਹਿਲਾਂ ਪ੍ਰਤਿਆਏ ਹੋਏ ਹੈ, ਕਾਂਗਰਸੀ ਵੀ ਦੇਖੇ ਹੋਏ ਹੈ, ਜੀ ਤੇ ਹੁਣ ਫਿਰ ਕਿਸ ਪਾਸੇ ਜਾਣਗੇ? ਮੈਨੂੰ ਇੱਕ ਧਿਰ ਦਾ ਹੋਰ ਬਹੁਤ ਇੰਟਰਸਟਿੰਗ ਰੋਲ ਲੱਗ ਰਿਹਾ। ਜੀ ਬੀਜੇਪੀ ਪੂਰੇ ਜ਼ੋਰ ਸ਼ੋਰ ਨਾਲ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਨੂੰ ਨਾਲ ਲੈ ਕੇ ਜੀ ਚੋਣ ਮੈਦਾਨ ਵਿੱਚ ਕੁੱਦੀ ਹੈ। ਜਿਸ ਪਾਰਟੀ ਦਾ ਕੋਈ ਆਧਾਰ ਉਸ ਰੂਪ ਦਾ ਨਾ ਹੋਵੇ ਕਿ ਉਹ ਕੋਈ ਮੇਜਰ ਚੈਲੰਜ ਵੱਡੀਆਂ ਧਿਰਾਂ ਨੂੰ ਪੋਜ਼ ਕਰ ਸਕੇ, ਉਹ ਇੰਨਾ ਜ਼ੋਰ ਕਿਉਂ ਲਾ ਰਹੀ ਹੈ? ਜੀ ਇੱਕ ਬੜਾ ਵੱਡਾ ਕੁਐਸਚਨ ਮਾਰਕ ਹੈ। ਕੈਪਟਨ ਸਾਹਿਬ ਦਾ ਸਮਝ ਆਉਂਦਾ ਕਿ ਉਹਨਾਂ ਨੇ ਕਾਂਗਰਸ ਨੂੰ ਹਰਾਉਣਾ ਹੈ ਜੀ ਤੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਅਕਾਲੀ ਦਲ ਨੂੰ ਹਰਾਉਣਾ ਹੈ। ਉਹ ਤਾਂ ਗੱਲ ਬੜੀ ਕਲੀਅਰ ਹੈ। ਜੀ ਤੇ ਬੀਜੇਪੀ ਕਿਸ ਰੂਪ ਦੇ ਵਿੱਚ ਤੇ ਕਿਉਂ ਇੰਨਾ ਜ਼ੋਰ ਲਾ ਰਹੀ ਹੈ, ਪੈਸੇ ਵੀ ਖਰਚ ਰਹੀ ਹੈ, ਇਹ ਸੁਣਿਆ ਜਾ ਰਿਹਾ ਹੈ ਜੀ ਕਿ ਹਰ ਤਰੀਕੇ ਨਾਲ ਉਹ ਇਸ ਇਲੈਕਸ਼ਨ ਦੇ ਵਿੱਚ ਹਰ ਤਰੀਕਾ ਵਰਤਣਗੇ। ਜੀ ਤੇ ਇਹ ਫਿਰ ਨਵੇਂ ਸਵਾਲ ਇੱਕ ਪੈਦਾ ਕਰਦਾ ਹੈ ਕਿ ਪੰਜਾਬ ਦੇ ਵਿੱਚ ਉਹ ਕੀ ਖੇਡ ਖੇਡਣਾ ਚਾਹੁੰਦੇ ਆ। ਪੰਜਾਬ ਦੇ ਵਿੱਚ ਬੀਜੇਪੀ ਇੱਕ ਨਵੀਂ ਧਿਰ ਬਣ ਕੇ ਆਪਣੇ ਆਪ ਦੇ ਵਿੱਚ ਕਿਉਂ ਉੱਭਰਨਾ ਚਾਹੁੰਦੀ ਹੈ? ਹੁਣ ਤੱਕ ਤਾਂ ਅਕਾਲੀ ਦਲ ਦੇ ਨਾਲ ਉਹਨਾਂ ਦਾ ਅਲਾਇੰਸ ਚੱਲਦਾ ਆਉਂਦਾ ਸੀਗਾ, ਜੀ ਪਹਿਲੀ ਵਾਰ ਆ ਰਿਹਾ। ਲੇਕਿਨ ਪਿਛਲੇ 2 ਸਾਲ ਤੋਂ ਥਿੰਕਿੰਗ ਚੇਂਜ ਹੋ ਰਹੀ ਸੀਗੀ। ਜਦੋਂ ਸੁਖਦੇਵ ਸਿੰਘ ਢੀਂਡਸਾ ਨੂੰ ਅੱਗੇ ਲਿਆਂਦਾ, ਉਹ ਇਹ ਸੋਚ ਕੇ ਹੀ ਲਿਆਏ ਸੀ ਕਿ ਉਹਨਾਂ ਨੇ ਅਕਾਲੀ ਦਲ ਦਾ ਸਾਥ ਛੱਡ ਦੇਣਾ ਹੈ। ਜੀ ਕਿਸਾਨ ਸੰਘਰਸ਼ ਨੇ ਉਹ ਮਾਹੌਲ ਪੈਦਾ ਕਰਤਾ ਤੇ ਇਹ ਅਲਾਇੰਸ ਟੁੱਟ ਗਈ, ਲੇਕਿਨ ਡਿਜ਼ਾਈਨ ਉਹਨਾਂ ਦਾ ਉਸ ਤੋਂ ਪਹਿਲਾਂ ਦਾ ਹੈ। ਜਦੋਂ ਪਦਮ ਭੂਸ਼ਣ ਦਿੱਤਾ ਗਿਆ ਸੀ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ, ਅਕਾਲੀ ਦਲ ਦੇ ਕੁਛ ਹੋਰ ਲੀਡਰਾਂ ਨੂੰ ਵੀ ਉਸ ਵੇਲੇ ਮੈਸੇਜ ਆਏ ਸੀ ਕਿ ਤੁਸੀਂ ਪਾਰਟੀ ਛੱਡ ਕੇ ਸਾਡੇ ਨਾਲ ਨਵੀਂ ਧਿਰ ਬਣਾ ਲਓ ਤੇ ਉਸ ਤੋਂ ਬਾਅਦ ਅਸੀਂ ਅਲਾਇੰਸ ਕਰ ਲਾਂਗੇ। ਜੀ ਇਹ ਫੇਅਰਲੀ ਨੋਨ ਹੈ ਚਾਰੇ ਪਾਸੇ। ਬਈ ਕਿਉਂ? ਗੱਲ ਇਹ ਸੀ, ਬਿਲਕੁਲ ਮੇਰੀ ਜਿਹੜੀ ਆਪਣੀ ਸਮਝ ਬਣਦੀ ਹੈ ਤੇ ਮੈਂ ਉਹ ਸਿਰਫ ਚੋਣਾਂ ਨਹੀਂ, ਮੈਂ ਟੋਟਲ ਸੰਦਰਭ ਦੇ ਵਿੱਚ ਗੱਲ ਕਰੂੰਗਾ ਬੀਜੇਪੀ ਦੀ ਪੰਜਾਬ ਤੇ ਸਿੱਖਾਂ ਬਾਰੇ ਕੀ ਪਹੁੰਚ ਹੈ। ਜੀ ਤੇ ਜਿਹੜੀ ਬੀਜੇਪੀ ਦੀ ਓਵਰਆਲ ਸਿਆਸਤ ਹੈ ਉਹਦੇ ਵਿੱਚ ਇਹ ਸਾਰੀ ਗੱਲ ਕਿੱਥੇ ਫਿੱਟ ਹੁੰਦੀ ਹੈ? ਬੀਜੇਪੀ ਦੀ ਸਾਰੀ ਸਿਆਸਤ ਵੰਡ ਪਾਓ ਜਿਹੜੀ ਸਿਆਸਤ ਹੈ ਉੱਥੇ ਖੜੀ ਹੈ। ਜੀ ਐਂਟੀ ਮੁਸਲਿਮ ਹੈ। ਜੀ ਸਿਲੰਡਰ ਗੈਸ ਸਭ ਨੂੰ ਦੇਣਾ ਉਹ ਵੱਖਰਾ ਇਸ਼ੂ ਹੁੰਦਾ ਹੈ। ਜੀ ਸਿਆਸਤ ਵਿੱਚ ਸਾਰਿਆਂ ਨੂੰ ਇੱਕੋ ਜਿਹੀ ਹਿੱਸੇਦਾਰੀ ਦੇਣਾ ਉਹ ਵੱਖਰੀ ਗੱਲ ਹੁੰਦੀ ਹੈ। ਮੁਸਲਮਾਨਾਂ ਨੂੰ ਬੀਜੇਪੀ ਸਿਆਸਤ ਵਿੱਚ ਹਿੱਸੇਦਾਰੀ ਨਹੀਂ ਦੇ ਰਹੀ, ਬਾਕੀ ਵੈਲਫੇਅਰ ਸਕੀਮ ਦੇ ਵਿੱਚ ਕਿਸੇ ਨਾਲ ਕੋਈ ਭੇਦਭਾਵ ਨਹੀਂ, ਉਹ ਬਿਲਕੁਲ ਠੀਕ ਹੈ, ਉਹ ਵੱਖਰਾ ਇਸ਼ੂ ਹੈ। ਲੇਕਿਨ ਜਿਹੜੀ ਸਿਆਸਤ ਹੈ ਉਹ ਇਹ ਜਿਹੜੀ ਹੁਣ ਵੀ ਸਾਹਮਣੇ ਆ ਰਹੀ ਹੈ ਖੁੱਲ੍ਹ ਕੇ ਕੁਛ ਪਲੇਟਫਾਰਮ 'ਤੇ ਕਿਸਾਨ ਆਪਣੇ ਮੁਸਲਮਾਨਾਂ ਦੇ ਖਿਲਾਫ ਗੱਲ ਕੀਤੀ ਜਾ ਰਹੀ ਹੈ ਔਰ ਕੋਈ ਐਕਸ਼ਨ ਨਹੀਂ ਹੋ ਰਿਹਾ। ਮੈਂ ਪੁਰਾਣੀ ਗੱਲ ਯਾਦ ਕਰੂੰਗਾ, ਮੈਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਗੱਲ ਕਰੂੰਗਾ ਕਿਸੇ ਵੇਲੇ। ਜੀ ਜਦੋਂ ਉਹ ਕੋਈ ਬਿਆਨ ਦਿੰਦੇ ਸੀ, ਉਹਨਾਂ ਨੇ ਕਦੇ ਆਪਣੇ ਆਪ ਦੇ ਵਿੱਚ ਭੜਕਾਊ ਬਿਆਨ ਖੁਦ ਨਹੀਂ ਸੀ ਦਿੱਤਾ। ਨਾਰਮਲੀ ਰਿਐਕਸ਼ਨ ਹੁੰਦਾ ਸੀ ਵੀ ਜੇ ਮਿਸਟਰ ਗਾਂਧੀ ਨੇ ਕੋਈ ਬਿਆਨ ਦੇ ਦਿੱਤਾ ਤਾਂ ਉਹਨਾਂ ਨੇ ਕਿਹਾ ਵੀ ਸਾਡੇ ਹਿੱਸੇ ਵੀ ਫਿਰ ਇੰਨੇ ਆਉਂਦੇ ਆ, ਜੀ ਉਹਦਾ ਰੌਲਾ ਪੈ ਜਾਂਦਾ ਸੀ। ਹੁਣ ਜਦੋਂ ਇੱਕ ਪਲੇਟਫਾਰਮ ਤੋਂ ਹਰਿਦੁਆਰ ਦੇ ਵਿੱਚ ਸਿੱਧੀ ਕਾਲ ਦਿੱਤੀ ਜਾਂਦੀ ਹੈ ਇੱਕ ਸੈਕਸ਼ਨ ਨੂੰ ਮਾਰਨ ਦੀ, ਤੇ ਨਾ ਤਾਂ ਮੀਡੀਆ ਰੌਲਾ ਪਾਉਂਦਾ ਤੇ ਨਾ ਇਹ ਮੁਲਕ ਉਹਦੇ ਬਾਰੇ ਉਹ ਪਹੁੰਚ ਰੱਖਦਾ ਹੈ ਜਿਹੜੀ ਸੰਤ ਜਰਨੈਲ ਸਿੰਘ ਦੇ ਵੇਲੇ ਸੀ। ਜੀ ਬੀਜੇਪੀ ਨੇ ਟੋਟਲ ਨੈਰੇਟਿਵ ਡੋਮੀਨੇਟ ਕੀਤਾ ਗਿਆ। ਜੀ ਉਸ ਸੰਦਰਭ ਦੇ ਵਿੱਚ ਉਹਨਾਂ ਨੂੰ ਸਿੱਖਾਂ ਦੀ ਬਹੁਤ ਲੋੜ ਹੈ। ਇਸ ਕਰਕੇ ਨਹੀਂ ਕਿ ਸਿੱਖ ਵੰਡ ਪਾਓ ਸਿਆਸਤ ਦਾ ਹਿੱਸਾ ਬਣਨਗੇ, ਨਹੀਂ। ਮੈਨੂੰ ਇਹ ਲੱਗਦਾ ਕਿ ਉਹ ਨੈਸ਼ਨਲ ਲੈਵਲ 'ਤੇ ਇਹ ਪ੍ਰੂਵ ਕਰਨਾ ਚਾਹੁੰਦੇ ਆ ਵੀ ਅਸੀਂ ਐਂਟੀ ਮਾਈਨੋਰਿਟੀ ਨਹੀਂ, ਘੱਟੋ ਘੱਟ ਇੱਕ ਜਿਹੜੀ ਅਗਰੈਸਿਵ ਅਤੇ ਡਾਇਨਾਮਿਕ ਮਾਈਨੋਰਿਟੀ ਹੈ ਸਿੱਖ, ਉਹ ਸਾਡੇ ਨਾਲ ਹੈ। ਜੀ ਪੰਜਾਬ ਦੀ ਸਿਆਸਤ ਸਾਰੇ ਹਿੰਦੁਸਤਾਨ ਤੋਂ ਵੱਖਰੀ ਹੈ। ਜੇ ਬੀਜੇਪੀ ਪੰਜਾਬ ਵਿੱਚ ਇਫੈਕਟਿਵਲੀ ਪੂਰੇ ਜ਼ੋਰ ਸ਼ੋਰ ਨਾਲ ਇੱਕ ਧਿਰ ਬਣ ਕੇ ਉੱਭਰਦੀ ਹੈ ਅਤੇ ਉਹ ਇੰਟਰਨੈਸ਼ਨਲ ਲੈਵਲ 'ਤੇ ਸਭ ਨੂੰ ਦਿਖਾ ਸਕਦੇ ਹੈ ਕਿ ਜਿਹੜੇ ਸਾਡੇ 'ਤੇ ਪ੍ਰਚਾਰ ਹੁੰਦਾ ਵੀ ਅਸੀਂ ਐਂਟੀ ਮਾਈਨੋਰਿਟੀ ਹਾਂ, ਉਹ ਗਲਤ ਹੈ। ਜੀ ਜਿਹੜੀ ਸਿੱਖਾਂ ਦੀ ਸਟੇਟ ਹੈ ਉਹ ਵੀ ਸਾਡੇ ਨਾਲ ਹੈ। ਜੀ ਪੰਜਾਬ ਆਫਟਰ ਆਲ ਸਿੱਖਾਂ ਦੀ ਸਟੇਟ ਹੈ। ਬਿਲਕੁਲ ਜੀ। ਹਾਂਜੀ, ਸੋ ਮੇਰੀ ਇਹ ਪਹੁੰਚ ਬਣਦੀ ਹੈ। ਇਹ ਗੇਮ ਕੋਈ ਛੋਟੀ ਨਹੀਂ ਹੈ, ਜੀ ਇਹ ਵੱਡੀ ਗੇਮ ਹੈ। ਇਸ ਕਰਕੇ ਬੀਜੇਪੀ ਪੂਰੇ ਜ਼ੋਰ ਸ਼ੋਰ ਨਾਲ ਇਹਦੇ ਵਿੱਚ ਮੈਦਾਨ 'ਚ ਉਤਰੀ ਹੈ ਔਰ ਮੇਰੇ ਖਿਆਲ ਦੇ ਵਿੱਚ ਇਸੇ ਕਰਕੇ ਹੀ ਇਹਨਾਂ ਨੇ ਜਿਹੜੇ 3 ਬਿੱਲ ਸੀਗੇ ਉਹ ਵਾਪਸ ਲਏ ਬਿਲਕੁਲ ਕਿ ਪੰਜਾਬ ਵਿੱਚ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਜਾਵੇ।
ਹੁਣ ਕਿਸਾਨ ਇੱਕ ਧਿਰ ਬਣ ਕੇ ਉੱਭਰੇ ਆ। ਜੀ ਮੇਰਾ ਪਰਸਨਲੀ ਇਹ ਵਿਚਾਰ ਸੀ ਕਿ ਇਹਨਾਂ ਨੂੰ ਜਿਹੜਾ ਕਿਸਾਨ ਸੰਘਰਸ਼ ਹੈ ਇਹਨੂੰ ਇੱਕ ਮੋਰਲ ਅਥਾਰਟੀ ਦੇ ਤੌਰ 'ਤੇ ਆਪਣੇ ਆਪ ਨੂੰ ਉਭਾਰਨਾ ਚਾਹੀਦਾ। ਜੀ ਕਈ ਵਾਰ ਇਹ ਹੁੰਦਾ ਕਿ ਤੁਸੀਂ ਬਾਹਰ ਰਹਿ ਕੇ ਜਿਸ ਢੰਗ ਨਾਲ ਪਾਲਿਸੀ ਨੂੰ ਡਿਕਟੇਟ ਕਰ ਸਕਦੇ ਹੈ ਜੀ ਉਹ ਸਰਕਾਰ ਦੇ ਅੰਦਰ ਆ ਕੇ ਨਹੀਂ ਕਰ ਸਕਦੇ। ਔਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਜਦੋਂ ਤੁਸੀਂ ਇਲੈਕਸ਼ਨ ਲੜਦੇ ਹੈ ਤੁਹਾਨੂੰ ਉਹ ਸਪੇਸ ਮਿਲੇ ਜਿੱਥੇ ਤੁਸੀਂ ਇਫੈਕਟਿਵਲੀ ਆਪਣਾ ਰੋਲ ਪਲੇ ਕਰ ਸਕੋ। ਜੀ ਬਿਲਕੁਲ ਹੁਣ ਸਮੱਸਿਆ ਕੀ ਹੈ ਕਿਸਾਨੀ ਦੀ? ਜੀ ਅੱਜ ਦੀ ਤਰੀਕ ਦੇ ਵਿੱਚ ਹਜੇ ਤੱਕ ਕੈਂਡੀਡੇਟ ਅਨਾਉਂਸ ਹੋਣੇ ਆ। ਬਿਲਕੁਲ ਜੀ ਇਲੈਕਸ਼ਨ ਲੜਨ ਵਾਸਤੇ ਤੁਹਾਨੂੰ ਪੈਸਾ ਵੀ ਚਾਹੀਦਾ। ਜੀ ਮੈਂ ਮੰਨ ਲੈਣਾ ਚਲੋ ਪੈਸਾ ਆ ਜਾਏਗਾ, ਬੂਥ ਲੈਵਲ ਤੱਕ ਮੈਨੇਜਮੈਂਟ ਕਰਨੀ ਪੈਂਦੀ ਹੈ, ਵੋਟਾਂ ਭੁਗਤਾਉਣੀਆਂ ਪੈਂਦੀਆਂ। ਬਿਲਕੁਲ ਜੀ ਬਿਲਕੁਲ ਕੀ ਇਹਨਾਂ ਕੋਲ ਉਹ ਸਾਰਾ ਢਾਂਚਾ ਹੈ? ਉਹ ਮੇਰੇ ਖਿਆਲ ਦੇ ਵਿੱਚ ਨਹੀਂ ਹੈ। ਜੀ ਤੇ ਚਲੋ ਉਹਨਾਂ ਦਾ ਆਪਣਾ ਫੈਸਲਾ ਹੈ, ਆਪਾਂ ਉਹ 'ਤੇ ਕਿੰਤੂ ਪਰੰਤੂ ਨਹੀਂ ਕਰਦੇ ਵੀ ਗਲਤ ਹੈ ਜਾਂ ਠੀਕ ਹੈ। ਜੀ ਲੇਕਿਨ ਮੇਰਾ ਇੰਨਾ ਕੁ ਹੈ ਕਿ ਜਿਹੜਾ ਇਹਨਾਂ ਦਾ ਰੋਲ ਹੈ ਉਹ ਕਿਸ ਤਰ੍ਹਾਂ ਪੰਜਾਬ ਦੀ ਸਿਆਸਤ ਵਿੱਚ ਵਿਚਰੇਗਾ ਸਾਰਾ ਕੁਛ, ਜੀ ਇਹ ਹਾਲੇ ਹੌਲੀ ਹੌਲੀ ਗੱਲ ਸਾਹਮਣੇ ਆਏਗੀ। ਜੀ ਗੱਲ ਆਪ ਦੀ ਆ ਜਾਂਦੀ ਹੈ। ਜੀ ਸਰ ਆਪ ਦਾ ਜੋ ਰੋਲ ਪਿਛਲੀ ਵਾਰ ਸੀ 2017 ਦੇ ਇਲੈਕਸ਼ਨ 'ਚ, ਇੱਕ ਬਹੁਤ ਵੱਡਾ ਉਭਾਰ ਸੀਗਾ। ਜੀ ਉਹ 2014 ਦੇ ਲੋਕ ਸਭਾ ਤੋਂ ਸ਼ੁਰੂ ਹੋਇਆ ਸੀ ਜਿਹੜਾ ਉਭਾਰ, 17 ਤੱਕ ਬਿਲਕੁਲ ਪੀਕ 'ਤੇ ਸੀ। ਜੀ ਉਹ ਉਭਾਰ ਐਤਕੀ 22 ਦੀ ਇਲੈਕਸ਼ਨ ਦੇ ਵਿੱਚ ਦੇਖਣ ਨੂੰ ਨਹੀਂ ਮਿਲ ਰਿਹਾ। ਜਿਸ ਤਰ੍ਹਾਂ 17 ਦੇ ਵਿੱਚ ਸੀ ਜੀ 17 ਵਿੱਚ ਸੀ। ਜੀ ਜੇ ਇੰਨੇ ਉਭਾਰ ਤੋਂ ਬਾਅਦ ਵੀ ਇਹਨਾਂ ਕੋਲ ਸੀਟਾਂ 20 ਆਈਆਂ ਸੀਗੀਆਂ ਜੀ ਤੇ ਹੁਣ ਕੀ ਐਂਡ ਰਿਜ਼ਲਟ ਹੋਏਗਾ ਮੈਂ ਹਜੇ ਕੁਝ ਕਮੈਂਟ ਨਹੀਂ ਕਰਨਾ ਚਾਹੁੰਦਾ। ਲੇਕਿਨ ਇਹ ਗੱਲ ਤਾਂ ਸਾਹਮਣੇ ਜ਼ਰੂਰ ਹੈ ਕਿ ਇਸ ਵੇਲੇ ਉਹ ਉਭਾਰ ਇਹਨਾਂ ਦਾ ਨਜ਼ਰ ਨਹੀਂ ਆਉਂਦਾ ਤੇ ਹੁਣ ਤੱਕ ਇਹ ਪਾਰਟੀ ਇੱਕ ਚਿਹਰਾ ਵੀ ਨਹੀਂ ਦੇ ਸਕੀ। ਜਿਹੜਾ ਲੀਡਰ ਇਹਨਾਂ ਦਾ ਇੰਨੇ ਸਾਲਾਂ ਤੋਂ ਪੰਜਾਬ ਦਾ ਪ੍ਰਧਾਨ ਹੈ ਉਹਨੂੰ ਨਾਲ ਬਿਠਾ ਕੇ ਜਦੋਂ ਕੇਜਰੀਵਾਲ ਜੀ ਕਹਿੰਦੇ ਹੈ ਕਿ ਤੁਹਾਨੂੰ ਇੱਕ ਅੱਛਾ ਸਿੱਖ ਫੇਸ ਦਿਆਂਗੇ, ਇਹਨਾਂ ਦੇ ਪ੍ਰਧਾਨ ਤੇ ਕੀ ਗੁਜ਼ਰੀ ਹੋਏਗੀ ਉਸ ਦਿਨ। ਬਿਲਕੁਲ ਜੀ, ਜਿਹਨੇ ਪਾਰਟੀ ਲਈ ਦਿਨ ਰਾਤ ਕੀਤਾ, ਸਾਰਾ ਜ਼ੋਰ ਲਾਇਆ ਜਿਸ ਇਨਸਾਨ ਨੇ, ਜੀ ਤੁਸੀਂ ਇੱਕ ਮਿੰਟ ਦੇ ਵਿੱਚ ਉਹਨੂੰ ਜ਼ੀਰੋ ਕਰਕੇ ਰੱਖਤਾ। ਬਿਲਕੁਲ ਜੀ ਸੋ ਇਹ ਪਾਰਟੀ ਦੀ ਸਿਆਸਤ ਬੜੀ ਹੋਰ ਢੰਗ ਨਾਲ ਚੱਲ ਰਹੀ ਹੈ। ਨੰਬਰ 2, ਜਿਸ ਪਾਰਟੀ ਦਾ ਪੰਜਾਬ ਦਾ ਇੰਚਾਰਜ ਹਿੰਦੀ 'ਚ ਗੱਲ ਕਰਦਾ ਹੋਵੇ ਨਾ ਜੀ ਤੇ ਪੰਜਾਬ ਦੇ ਲੋਕ ਫਿਰ ਬਹੁਤਾ ਉਹਨੂੰ ਐਕਸੈਪਟ ਨਹੀਂ ਕਰਦੇ ਹੁੰਦੇ। ਬਿਲਕੁਲ ਜੀ ਇਹਨਾਂ ਦੀ ਇੱਕ ਇਹ ਵੀ ਦਿੱਕਤ ਹੈ, ਪਿਛਲੀ ਵਾਰ ਵੀ ਇਹ ਸੀਗੀ ਜੀ ਜੀ ਕਿ ਕਿਹਾ ਵੀ ਇਹ ਹਿੰਦੀ ਬੋਲਣ ਵਾਲੇ ਕਿੱਥੋਂ ਆ ਗਏ। ਐਤਕੀ ਵੀ ਉਹੀ ਸਮੱਸਿਆ ਆ ਰਹੀ ਹੈ। ਚਲੋ ਕੈਂਡੀਡੇਟ ਇਹਨਾਂ ਦੇ ਹੋ ਗਏ, ਹੋ ਸਕਦਾ ਕੱਲ੍ਹ ਨੂੰ ਕਿਸਾਨਾਂ ਨਾਲ ਕੋਈ ਸਮਝੌਤਾ ਵੀ ਹੋ ਜਾਏ, ਜਦ ਕਿ ਦੋਵੇਂ ਤਰ੍ਹਾਂ ਹਜੇ ਇਸ ਗੱਲ ਨੂੰ ਡਿਨਾਈ ਕਰਦੀਆਂ। ਜੀ ਸੋ ਇਹ 2-3 ਧਿਰਾਂ ਮੇਨ ਆ ਜਾਂਦੀਆਂ। ਜੀ ਬਾਕੀ ਟ੍ਰੈਡੀਸ਼ਨਲ ਅਕਾਲੀ ਦਲ ਤੇ ਕਾਂਗਰਸ, ਜੀ ਕਾਂਗਰਸ ਨੂੰ ਤਾਂ ਹੁਣ ਕੋਈ ਅਪੋਜੀਸ਼ਨ ਦੀ ਲੋੜ ਨਹੀਂ, ਕਿਉਂਕਿ ਨਵਜੋਤ ਸਿੰਘ ਸਿੱਧੂ ਉਹ ਘਰ ਪੂਰਾ ਕਰ ਰਹੇ ਹੈ। ਉਹ ਰੋਜ਼ ਆਪਣੀ ਸਰਕਾਰ ਨੂੰ ਹੀ ਠੋਕਦੇ ਹੈ। ਜੀ ਉਹਨਾਂ ਦੀ ਪਾਲਿਸੀ ਤਾਂ ਉਹ ਠੋਕੋ ਤਾੜੀ ਨਹੀਂ, ਉਹ ਠੋਕੋ ਕਾਂਗਰਸ ਹੈ ਬੇਸਿਕਲੀ। ਜੀ ਠੀਕ ਹੈ, ਉਹਨਾਂ ਕੋਲ ਕੋਈ ਪੰਜਾਬ ਦਾ ਮਾਡਲ ਹੋਏਗਾ, ਮਾਡਲ ਆਪਣਾ ਪ੍ਰਚਾਰੋ, ਉਹਨੂੰ ਤੁਹਾਨੂੰ ਕੋਈ ਨਹੀਂ ਕੁਐਸਚਨ ਕਰਦਾ। ਲੇਕਿਨ ਜਦੋਂ ਤੁਸੀਂ ਨਾਲ ਆਪਣੀ ਪਾਰਟੀ ਦਾ ਅਟੈਕ ਕਰਦੇ ਆ ਡਾਇਰੈਕਟਲੀ, ਉਹਦਾ ਫਿਰ ਫਾਇਦਾ ਕਿਹਨੂੰ ਹੋਣਾ? ਵਿਰੋਧੀਆਂ ਨੂੰ ਹੀ ਹੋਣਾ ਜੀ। ਉਹ ਵਿਰੋਧੀਆਂ ਨੂੰ ਹੋਣਾ। ਹੁਣ ਫਾਇਦਾ ਕਾਂਗਰਸ ਨੂੰ ਹੋਏਗਾ, ਅਕਾਲੀ ਦਲ ਨੂੰ ਹੋਏਗਾ ਜਾਂ ਕਿਹਨੂੰ ਹੋਏਗਾ, ਇਹ ਗੱਲ ਦੇਖਣ ਵਾਲੀ ਹੈ। ਅਕਾਲੀ ਦਲ ਆਪਣੀ ਉਸੇ ਰਫਤਾਰ 'ਤੇ ਚੱਲਿਆ ਹੋਇਆ ਜਿਹੜੀ ਤੇ ਪਹਿਲਾਂ ਚੱਲਦਾ ਹੁੰਦਾ ਸੀ। ਜੀ ਉਹਨਾਂ ਦਾ ਕਾਡਰ ਕਾਇਮ ਹੈ, ਕਾਂਗਰਸ ਦਾ ਵੀ ਕਾਡਰ ਕਾਇਮ ਹੈ। ਜੀ ਜੇ ਹਿਲਜੁਲ ਹੋ ਰਹੀ ਹੈ ਮਾੜੀ ਮੋਟੀ, ਜਿਹੜੀ ਬੀਜੇਪੀ ਕੋਸ਼ਿਸ਼ ਕਰ ਰਹੀ ਹੈ, ਉਹ ਦੋਵੇਂ ਪਾਸਿਓਂ ਹੋ ਰਹੀ ਹੈ, ਲੇਕਿਨ ਟਾਪ ਦਾ ਲੀਡਰ ਕੋਈ ਦੋਵੇਂ ਪਾਸਿਓਂ ਨਹੀਂ ਹਿਲ ਰਿਹਾ ਹੁਣ ਤੱਕ। ਜੀ ਸੋ ਬੇਸਿਕਲੀ ਇਹੋ ਜਿਹਾ ਸੀਨ ਬਣਿਆ ਹੋਇਆ ਪੰਜਾਬ ਦੇ ਵਿੱਚ ਜੀ ਜੀ। ਤੇ ਕੱਲ੍ਹ ਨੂੰ ਕੀ ਹੋਣਾ ਹੈ, ਇਸੇ ਕਰਕੇ ਇਹ 'ਤੇ ਕੁਐਸਚਨ ਮਾਰਕ ਹੈ। ਜੀ ਸਰ, ਜਿਸ ਤਰ੍ਹਾਂ ਤੁਸੀਂ ਦੱਸਿਆ ਸਾਰੀ ਪਾਰਟੀਆਂ ਦਾ ਬੜੇ ਵਿਸਤਾਰ 'ਚ ਤੁਸੀਂ ਚਾਨਣਾ ਪਾਇਆ, ਉਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਜਨਵਰੀ ਦੀ ਪੰਜਾਬ ਫੇਰੀ ਹੈਗੀ ਆ ਜੀ, ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਪੰਜਾਬ ਦੇ ਕਿਹੜੇ ਮੁੱਦੇ ਨੇ ਜਿਹੜੇ ਪ੍ਰਧਾਨ ਮੰਤਰੀ ਤੋਂ ਹੱਲ ਹੋਣ ਦੀ ਕੋਈ ਸੰਭਾਵਨਾ ਜਾਂ ਸੰਕੇਤ ਹੋ ਸਕਦੇ ਨੇ ਬੀਜੇਪੀ ਦੀ ਸਿਆਸਤ ਦੇ? ਦੇਖੋ, ਗੱਲ ਇਹ ਹੈ ਕਿ ਉਹ ਕੋਸ਼ਿਸ਼ ਕਰ ਰਹੇ ਹੈ ਆਪਣੇ ਨੂੰ ਪੇਸ਼ ਕਰਨ ਦਾ ਸਿੱਖਾਂ ਦਾ ਹਮਦਰਦ, ਸਿੱਖ ਹਤੈਸ਼ੀ ਪੇਸ਼ ਕਰਨਾ, ਸਿੱਖ ਹਤੈਸ਼ੀ ਹੋਣ ਦਾ ਸਾਰਾ ਇਹ ਡਿਜ਼ਾਈਨ ਉਹਨਾਂ ਦਾ ਹੈਗਾ। ਜੀ
ਪੰਜਾਬ ਦੇ ਮੁੱਦੇ ਹੁਣ ਜੇ ਕਹੀਏ ਵੀ ਟ੍ਰੈਡੀਸ਼ਨਲ ਵੀ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਹੈ, ਜੇ ਪਾਣੀ ਦਾ ਮਸਲਾ ਹੱਲ ਹੋਣਾ ਚਾਹੀਦਾ ਹੈ, ਇਹ ਅੱਜ ਦੇ ਤਰੀਕ ਦੇ ਵਿੱਚ ਇਹਨਾਂ ਦੀ ਰੈਲੇਵੈਂਸ ਉਹ ਨਹੀਂ ਹੈ ਜਿਹੜੀ 1982 ਦੇ ਵਿੱਚ ਸੀ। ਜੀ ਮੇਰੇ ਵਿਚਾਰ ਦੇ ਵਿੱਚ ਬਹੁਤ ਲੋਕ ਮੇਰੇ ਨਾਲ ਸਹਿਮਤ ਨਹੀਂ ਹੋਣਗੇ, ਜੀ ਲੇਕਿਨ ਮੈਂ ਇਹ ਹੁਣ ਮੇਨਟੇਨ ਕਰਦਾ। ਮੈਂ ਬੜਾ ਕੰਮ ਕੀਤਾ ਇਸ ਮਸਲੇ 'ਤੇ, ਆਪਣੀ ਕਿਤਾਬ ਦੇ ਵਿੱਚ ਤੁਹਾਡੀ ਤੇ ਮੈਂ ਕਿਤਾਬ ਫੋਕਸ ਵਿੱਚ। ਕੀਤਾ ਹੈ ਜੀ, ਪਾਣੀਆਂ ਦਾ ਮਸਲਾ। ਜੀ ਅੱਜ ਦੇ ਜ਼ਮਾਨੇ ਦੇ ਵਿੱਚ ਜੀ ਪਾਣੀਆਂ ਦਾ ਮਸਲਾ ਉਸ ਰੂਪ ਦੇ ਵਿੱਚ ਨਹੀਂ ਬਣਦਾ ਜਿਸ ਰੂਪ ਦੇ ਵਿੱਚ ਉਸ ਵੇਲੇ ਸੀ। ਜੀ ਮੈਂ ਮੋਟੀ ਜਿਹੀ ਗੱਲ ਕਰਦਾ, ਪਿਛਲੇ 10 ਸਾਲ ਦਾ ਤੁਸੀਂ ਰਿਕਾਰਡ ਚੱਕ ਲਓ, ਜੀ ਪੰਜਾਬ ਦੇ ਪਿੰਡਾਂ ਵਿੱਚ ਕਿੰਨੇ ਖਾਲੇ ਤੇ ਕਿੰਨੇ ਸੂਏ ਲੋਕਾਂ ਨੇ ਵਾਹ ਲਏ। ਬਿਲਕੁਲ ਜੀ। ਪਾਣੀ ਤਾਂ ਟਿਊਬਵੈੱਲ ਦਾ ਲੱਗਦਾ ਹੈ। ਜੀ ਜਿਹੜਾ ਪੰਜਾਬ ਦਾ ਹਿੱਸਾ ਹੈ ਦਰਿਆਈ ਪਾਣੀ ਦਾ, ਅਸੀਂ ਤਾਂ ਉਹ ਵੀ ਨਹੀਂ ਵਰਤ ਰਹੇ। ਜੀ ਨੰਬਰ 2, ਹੁਣ ਲੇਟੈਸਟ ਟੈਕਨੋਲੋਜੀ ਸਾਰੀ ਦੁਨੀਆ 'ਚ ਜਿਹੜੀ ਆ ਚੁੱਕੀ ਹੈ, ਉਹ ਕਿਸ ਤਰੀਕੇ ਨਾਲ ਪਾਣੀ ਨੂੰ ਵਰਤਣਾ ਹੈ ਜੀ ਉਹ 'ਤੇ ਹੈ, ਪਾਣੀ ਕੰਜ਼ਰਵ ਕਿਵੇਂ ਕਰਨਾ ਹੈ। ਜੀ ਜੀ ਮੇਰਾ ਖਿਆਲ ਜਿੰਨਾ ਅਸੀਂ ਜ਼ੋਰ ਲਾਤਾ ਤੇ ਜਿੰਨਾ ਪੈਸਾ ਖਰਚਤਾ SYL 'ਤੇ, ਜੀ ਜੇ ਉਹਨਾਂ ਪੈਸਾ ਹੁਣ ਪੰਜਾਬ ਦੇ ਹਰਿਆਣੇ ਦੇ ਵਿੱਚ ਇਹ ਇਨਵੈਸਟ ਕੀਤਾ ਜਾਵੇ ਇਰੀਗੇਸ਼ਨ 'ਤੇ, ਜੀ ਮਾਡਰਨ ਟੈਕਨੋਲੋਜੀ 'ਚ, ਉਸ ਤੋਂ ਜ਼ਿਆਦਾ ਪਾਣੀ ਅਵੇਲੇਬਲ ਹੈ। ਜੀ ਸਾਡੀ ਵੇਸਟੇਜ ਜ਼ਿਆਦਾ ਹੈ। ਜੀ ਇਹ ਸਮੱਸਿਆ ਜਿਹੜਾ ਰਾਜਸਥਾਨ ਪਾਣੀ ਜਾਂਦਾ ਉਹਦੀ ਹੈ। ਜੀ ਜੀ ਸੋ ਇਹ ਇਸ਼ੂਜ਼ ਬਦਲ ਚੁੱਕੇ ਹੈ। ਜੀ ਗੱਲ ਚੰਡੀਗੜ੍ਹ ਦੀ, ਮੈਂ ਚੰਡੀਗੜ੍ਹ 'ਚ ਰਹਿੰਦਾ, ਜੀ ਮੈਂ ਨਹੀਂ ਚਾਹੁੰਦਾ ਕਿ ਚੰਡੀਗੜ੍ਹ ਪੰਜਾਬ ਵਿੱਚ ਜਾਵੇ। ਉਹਦਾ ਕਾਰਨ ਹੈ ਇੱਕ, ਜੀ ਜਦੋਂ ਮੈਂ ਆਪਣੇ ਸੈਕਟਰ 'ਚੋਂ ਮੋਹਾਲੀ ਐਂਟਰ ਕਰਦਾ, ਜੀ ਉੱਥੇ ਹੀ ਪਤਾ ਲੱਗ ਜਾਂਦਾ ਕਿ ਪੰਜਾਬ ਐਂਟਰ ਕਰਕੇ, ਜੀ ਜਾਂ ਜਦੋਂ ਮੋਹਾਲੀ ਤੋਂ ਚੰਡੀਗੜ੍ਹ ਐਂਟਰ ਕਰੀਏ, ਸੜਕ ਜੋ ਆਉਂਦੀ ਹੈ ਉਦੋਂ ਹੀ ਪਤਾ ਲੱਗ ਜਾਂਦਾ ਹੈ। ਬਿਲਕੁਲ ਸੜਕਾਂ ਦੇ ਰੰਗ ਦਾ ਵੀ ਫਰਕ ਹੈ ਦੋਵਾਂ ਦਾ। ਜੀ। ਸੀਟ ਬੈਲਟ ਅਸੀਂ ਪੰਜਾਬ ਚ ਲਾਉਂਦੇ ਨਹੀਂ, ਜਿਉਂ ਚੰਡੀਗੜ੍ਹ ਚ ਐਂਟਰ ਕਰਦੇ ਹਾਂ ਉੱਥੇ ਹੀ ਸਾਨੂੰ ਡਿਸਪਲਿਨ ਆ ਜਾਂਦਾ ਹੈ। ਡਿਸਪਲਿਨ ਆ ਜਾਂਦਾ ਹੈ ਜੀ ਤੇ ਡਿਵੈਲਪਮੈਂਟ ਦਾ ਫਰਕ ਉੱਥੇ ਹੀ ਪਤਾ ਲੱਗ ਜਾਂਦਾ ਹੈ। ਜੀ ਹਾਂਜੀ, ਅਸੀਂ ਪੰਜਾਬ ਦਾ ਜਿਹੜਾ ਬੈਗੇਜ ਹੈ, ਨਾ ਕਈ ਵਾਰੀ ਪਾਣੀ ਨਹੀਂ ਮਿਲਦਾ, ਬਿਜਲੀ ਨਹੀਂ ਮਿਲਦੀ, ਚੰਡੀਗੜ੍ਹ ਤਾਂ ਉਹ ਸਮੱਸਿਆ ਕੋਈ ਹੈ ਨਹੀਂ। ਜੀ ਸੋ ਸਾਡੇ ਖਿਆਲ ਦੇ ਵਿੱਚ ਹੁਣ ਇਹ ਪੰਜਾਬ 'ਚ ਜਾਣਾ ਵੀ ਨਹੀਂ। ਜੀ ਹਾਂਜੀ, ਭਾਵੇਂ ਸ਼ਹਿਰ ਵਰਚੁਅਲੀ ਹੈ ਪੰਜਾਬ ਦਾ ਹੈ, ਹਾਂਜੀ, ਔਰ ਪੰਜਾਬੀ ਹੀ ਇੱਥੇ ਰਹਿੰਦੇ ਹੈ, ਜੀ ਅਤੇ ਹੁਣ ਕੋਈ ਮੰਗਦਾ ਵੀ ਨਹੀਂ ਇਸੇ ਕਰਕੇ, ਸਿਰਫ ਫਾਰਮੈਲਿਟੀ ਹੈ ਕਿ ਪੰਜਾਬ 'ਚ ਜਾਣਾ ਚਾਹੀਦਾ, ਇਸ ਤੋਂ ਬਾਅਦ ਤਾਂ ਕੁਛ ਵੀ ਨਹੀਂ। ਅਕਾਲੀ ਦਲ 10 ਸਾਲ ਜਦੋਂ ਪਾਵਰ 'ਚ ਰਿਹਾ, ਉਹਨਾਂ ਨੇ ਕਦੇ ਪ੍ਰੈਸ ਹੀ ਨਹੀਂ ਸੀ ਕੀਤਾ ਇਹ ਇਸ਼ੂ। ਜੀ ਸੋ ਇਹ ਇਸ਼ੂ ਹੁਣ ਉਹ ਨਹੀਂ ਹੈ। ਇਸ਼ੂ ਇਹ ਹੈ ਕਿ ਜਿਹੜੀ ਪੰਜਾਬ ਦੀ ਇਕੋਨਮੀ ਹੈ, ਇਹਨੂੰ ਰਿਵਾਈਵ ਕਿਵੇਂ ਕੀਤਾ ਜਾਵੇ, ਜੀ ਇਹਦਾ ਕੀ ਮਾਡਲ ਹੋਵੇ। ਆਪਣਾ ਪਾਕਿਸਤਾਨ ਨਾਲ ਵਪਾਰ ਖੁੱਲ੍ਹੇ, ਬਾਰਡਰ ਖੁੱਲ੍ਹੇ, ਜੀ ਤਾਂ ਕਿ ਸੈਂਟਰਲ ਏਸ਼ੀਆ ਤੱਕ ਪੰਜਾਬ ਨੂੰ ਮਾਰਕੀਟ ਮਿਲੇ। ਹੁਣ ਕੈਪਟਨ ਸਾਹਿਬ ਕਹਿ ਦਿੰਦੇ ਆ ਵੀ ਪਹਿਲਾਂ ਟੈਰਰਿਜ਼ਮ ਖਤਮ ਹੋਵੇ। ਇਹਨਾਂ ਨੂੰ ਪੁੱਛੋ ਵੀ ਜੇ ਬੰਬਈ ਅਤੇ ਬਾਕੀ ਬੰਦਰਗਾਹਾਂ ਤੋਂ ਪਾਕਿਸਤਾਨ ਨਾਲ ਵਪਾਰ ਹੋ ਰਿਹਾ, ਕਰਾਚੀ ਜਾ ਰਿਹਾ ਮਾਲ, ਉੱਥੋਂ ਤਾਂ ਬੰਦ ਨਹੀਂ ਹੋਇਆ। ਬਿਲਕੁਲ ਜੀ। ਤੁਹਾਨੂੰ ਵਾਹਗਾ ਅਟਾਰੀ ਬਾਰਡਰ ਖੋਲ੍ਹਣ ਤੋਂ ਤਕਲੀਫ ਕਿਉਂ ਹੋ ਰਹੀ ਹੈ? ਜੀ ਹਾਂਜੀ, ਸੋ ਇਹ ਆਰਗੂਮੈਂਟ ਆਪਣੇ ਆਪ ਦੇ ਵਿੱਚ ਹੀ ਗਲਤ ਹੈ ਕਿ ਪਹਿਲਾਂ ਟੈਰਰਿਜ਼ਮ ਖਤਮ ਹੋਵੇ ਫਿਰ ਇਹ ਬਾਰਡਰ ਖੋਲ੍ਹੀ ਜਾਵੇ, ਜੀ ਫਿਰ ਵਪਾਰ ਖੋਲ੍ਹਿਆ ਜਾਵੇ। ਜੀ ਬਾਰਡਰ ਤਾਂ ਖੁੱਲ੍ਹੀ ਹੈ, ਬਿਲਕੁਲ ਵਪਾਰ ਖੋਲ੍ਹਿਆ ਜਾਵੇ। ਵੀ ਤੁਹਾਡਾ ਬੰਬਈ ਤੋਂ ਜੇ ਵਪਾਰ ਚੱਲ ਰਿਹਾ ਹੈ, ਫਿਰ ਤੁਹਾਡੀ ਸਮੱਸਿਆ ਕੀ ਹੈ? ਮੇਰੇ ਖਿਆਲ ਦੇ ਵਿੱਚ ਇੱਕ ਵੈਸਟਡ ਇੰਟਰਸਟ ਹੈ ਜੀ ਜਿਹੜਾ ਵਾਹਗਾ ਬਾਰਡਰ ਨੂੰ ਖੋਲ੍ਹਣ ਨਹੀਂ ਦੇ ਰਿਹਾ, ਇੱਥੋਂ ਵਪਾਰ ਸ਼ੁਰੂ ਨਹੀਂ ਹੋਣ ਦੇ ਰਿਹਾ। ਜੀ ਸੋ ਪੰਜਾਬ ਦੀ ਸਮੱਸਿਆ ਸਭ ਤੋਂ ਵੱਡੀ ਇਹ ਹੈ ਕਿ ਪੰਜਾਬ ਨੂੰ ਸੈਂਟਰਲ ਏਸ਼ੀਆ ਦੀ ਮਾਰਕੀਟ ਪ੍ਰੋਵਾਈਡ ਕੀਤੀ ਜਾਵੇ। ਜੀ ਸੋ ਇਹੋ ਜਿਹੇ ਇਸ਼ੂਜ਼ ਵੱਡੇ ਵੱਡੇ ਹੈਗੇ ਆ ਜਿੱਥੇ ਮੋਦੀ ਜੀ ਸਿੱਧੇ ਇੰਟਰਵੀਨ ਕਰ ਸਕਦੇ ਆ, ਅਤੇ ਉਹਨਾਂ ਨੂੰ ਇਹ ਅਨਾਊਂਸਮੈਂਟ 5 ਤਰੀਕ ਨੂੰ ਇਹੋ ਜਿਹੀ ਕਰਨੀ ਚਾਹੀਦੀ ਹੈ। ਹੋਰ ਨਹੀਂ ਤਾਂ ਸਿਰਫ ਘੱਟੋ ਘੱਟ ਪੰਜਾਬ ਦਾ ਵਪਾਰ ਸੈਂਟਰਲ ਏਸ਼ੀਆ ਤੱਕ ਇਹ ਰੂਟ ਖੋਲ੍ਹਣ, ਜੀ 5 ਤਰੀਕ ਨੂੰ ਅਨਾਊਂਸਮੈਂਟ ਕਰਕੇ ਜਾਣ। ਜੀ ਬਾਕੀ ਸੜਕਾਂ ਬਣਾਉਣੀਆਂ ਅਤੇ ਕੋਈ ਨਵੀਂ ਰੇਲਵੇ ਲਾਈਨ ਬਣਾਉਣੀ, ਇਹ ਸਰਕਾਰਾਂ ਦੇ ਨਾਰਮਲ ਜਿਹੜੇ ਕੰਮ ਹੈ ਉਹ ਹੁੰਦੇ ਆ, ਤਾਂ ਫਰਜ਼ ਨੇ ਜੀ ਇਹਨਾਂ ਦੇ। ਇਹਨਾਂ ਜ਼ਿੰਮੇਵਾਰੀ ਹੈ ਨਾ ਜੀ। ਤਾਂ ਹੁਣ ਜੇ ਕਹਿ ਰਹੇ ਵੀ ਉਹਨਾਂ ਨੇ ਨੀਂਹ ਪੱਥਰ ਰੱਖਣਾ ਹੈ ਨਵੇਂ ਹਾਈਵੇ ਦਾ, ਇਹ ਤਾਂ ਸਰਕਾਰਾਂ ਦੀ ਜ਼ਿੰਮੇਵਾਰੀ ਹੈ, ਲੋੜ ਹੈਗੀ ਹੈ। ਜਾਂ PGI ਦੇ ਪੰਜਾਬ 'ਤੇ ਕੋਈ ਆਸਾਨ ਨਹੀਂ ਹੈ ਬਿਲਕੁਲ ਜੀ ਉਸ ਚੀਜ਼ ਦਾ। ਹਾਂਜੀ, ਸੋ ਇਸ਼ੂਜ਼ ਜਿਹੜੇ ਪੰਜਾਬ ਦੇ ਬੇਸਿਕਸ ਹੈਗੇ ਹੈ ਉਹ ਐਡਰੈਸ ਕੀਤੇ ਜਾਣ ਤਾਂ ਕਿ ਜਿਹੜੀ ਗੁਰਬਤ ਪੰਜਾਬ ਵਿੱਚ ਆ ਰਹੀ ਹੈ ਇਹਨੂੰ ਰੋਕਿਆ ਜਾ ਸਕੇ। ਬਿਲਕੁਲ ਸਰ। ਸਰ ਇਹ ਵੀ ਚਰਚਾ ਹੈਗੀ ਹੈ ਕਿ ਪ੍ਰਧਾਨ ਮੰਤਰੀ ਕਰਜ਼ਿਆਂ ਸੰਬੰਧੀ, ਕਿਸਾਨੀ ਕਰਜ਼ਿਆਂ ਸੰਬੰਧੀ ਕੋਈ ਐਲਾਨ ਕਰ ਸਕਦੇ ਨੇ, ਪੰਜਾਬ ਨੂੰ ਕੋਈ ਪੈਕੇਜ ਦਿੱਤਾ ਜਾ ਸਕਦਾ, ਇਸ ਤਰ੍ਹਾਂ ਦੀਆਂ ਵੀ ਚਰਚਾਵਾਂ ਚੱਲੀਆਂ ਹੋਈਆਂ ਨੇ। ਜਿਹੜੇ ਕਿਸਾਨੀ ਦੇ ਕਰਜ਼ੇ ਦੀ ਗੱਲ ਆ, ਇਕੱਲੇ ਪੰਜਾਬ ਦੇ ਨਹੀਂ ਹੋ ਸਕੇਗੀ, ਜੀ ਇਹ ਆਲ ਇੰਡੀਆ ਫਿਨਾਮਨਾ ਹੈ। ਪੂਰੇ ਹਿੰਦੁਸਤਾਨ ਦਾ।
ਇਹ ਗੱਲ ਵੱਖਰੀ ਹੈ ਕਿ ਪੰਜਾਬ ਦੇ ਕਿਸਾਨੀ ਤੇ ਕਰਜ਼ਾ ਸਾਰੇ ਹਿੰਦੁਸਤਾਨ ਨਾਲੋਂ ਜ਼ਿਆਦਾ ਹੈ। ਜੀ ਉਹਦਾ ਕਾਰਨ ਵੀ ਆਪਣਾ ਸਿੱਧਾ ਜਿਹਾ ਬਿਲਕੁਲ ਸਭ ਤੋਂ ਇੰਟੈਂਸਿਵ ਖੇਤੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਹੀ ਹੈ। ਜੀ ਸਰ ਪੰਜਾਬ ਦੀ 99.9% ਜਿਹੜੀ ਖੇਤੀਯੋਗ ਜ਼ਮੀਨ ਹੈ ਉਹ 'ਤੇ ਖੇਤੀ ਹੋ ਰਹੀ ਹੈ ਜੀ ਔਰ ਸਾਰੀ ਜ਼ਮੀਨ 'ਤੇ ਇਰੀਗੇਸ਼ਨ ਹੈ। ਜੀ ਸਰ ਹੋਰ ਹਿੰਦੁਸਤਾਨ ਦੇ ਕਿਸੇ ਖਿੱਤੇ ਵਿੱਚ ਜੀ ਇਸ ਇੰਨੀ ਇੰਟੈਂਸਿਵ ਖੇਤੀ ਨਹੀਂ ਹੁੰਦੀ ਜੀ। ਇਸ ਕਰਕੇ ਉਹਦੇ ਹਿਸਾਬ 'ਤੇ ਉਸ ਲੋੜ ਦੇ ਅਕਾਰਡਿੰਗਲੀ ਉਹ ਕਰਜ਼ਾ ਵੀ ਜ਼ਿਆਦਾ ਹੈ। ਜੀ ਲੋਕ ਤਿੰਨ ਤਿੰਨ ਫਸਲਾਂ ਲੈਂਦੇ ਆ, ਦੋ ਤਾਂ ਨਾਰਮਲ ਹੈ ਨਾ। ਬਿਲਕੁਲ ਪੰਜਾਬ ਦੀ 1 ਇੰਚ ਜ਼ਮੀਨ ਵੀ ਖਾਲੀ ਨਹੀਂ ਹੁੰਦੀ ਕਿਸੇ ਮੌਸਮ ਦੇ ਵਿੱਚ ਵੀ। ਜੀ ਉਹ ਸਾਰਾ ਦੇਖਣਾ ਚਾਹੀਦਾ ਹੈ। ਪੰਜਾਬ ਨੂੰ ਇਸ ਫਸਲੀ ਚੱਕਰ 'ਚੋਂ ਬਾਹਰ ਕੱਢਣ ਵਾਸਤੇ ਮੋਦੀ ਜੀ ਅਨਾਊਂਸਮੈਂਟ ਕਰਨ, ਇੱਕ ਤਾਂ ਤੁਸੀਂ ਕਰਜ਼ਾ ਮਾਫ ਕਰੋ ਜੀ ਪੰਜਾਬ ਦੇ ਕਿਸਾਨਾਂ ਦਾ ਕਿਸਾਨਾਂ ਦਾ। ਦੂਸਰਾ, ਜੀ ਇੱਥੋਂ ਜੀਰੀ ਬੀਜਣੀ ਬੰਦ ਕਰਾਓ, ਝੋਨਾ ਬੀਜਣਾ ਠੀਕ ਹੈ ਝੋਨਾ ਬੀਜਣਾ ਬੰਦ ਕਰਾਓ। ਜੀ ਉਹਦੇ ਵਾਸਤੇ ਨਵੀਆਂ ਲੋਕ ਫਸਲਾਂ ਆਪਣੇ ਬੀਜਣ ਨੂੰ ਤਿਆਰ ਹੈਗੇ ਆ। ਜੀ ਉਹਨਾਂ ਦੀ ਮਾਰਕੀਟਿੰਗ ਅਸ਼ੋਰ ਕਰੋ, ਕਹੋ ਵੀ ਅਸੀਂ ਜੋ ਤੁਸੀਂ ਆਹ ਫਸਲਾਂ ਪੈਦਾ ਕਰੋਗੇ ਇਹ ਅਸੀਂ MSP 'ਤੇ ਖਰੀਦਾਂਗੇ। ਤੁਸੀਂ ਮਾਰਕੀਟਿੰਗ ਅਸ਼ੋਰ ਕਰ ਦਿਓ MSP 'ਤੇ, ਉਸ ਵੇਲੇ ਤੁਹਾਡਾ ਜਿਹੜਾ ਡਾਇਵਰਸਿਫਿਕੇਸ਼ਨ ਹੈ ਉਹ ਹੋ ਜਾਏਗੀ। ਬਿਲਕੁਲ ਲੋਕ ਉਧਰ ਨੂੰ ਹੋ ਜਾਣਗੇ। ਪਿਛਲੇ 20 ਸਾਲ ਤੋਂ ਰੌਲਾ ਪੈ ਰਿਹਾ ਵੀ ਪੰਜਾਬ ਨੂੰ ਡਾਇਵਰਸੀਫਾਈ ਹੋਣੀ ਚਾਹੀਦਾ। ਅਕਾਲੀ ਸਰਕਾਰ ਵੀ ਕਹਿੰਦੀ ਰਹੀ। 2000 ਦੇ ਵਿੱਚ ਕੈਪਟਨ 2002 'ਚ ਕਮਲਜੀਤ ਸੀ ਫਾਈਨਾਂਸ ਮਿਨਿਸਟਰ, ਜੀ ਉਦੋਂ ਇੱਕ ਐਡੀਸ਼ਨਲ ਬਜਟ ਪੇਸ਼ ਹੋਇਆ ਸੀ, ਲੋਕ ਭੁੱਲ ਗਏ ਕਾਲੀ ਸਰਕਾਰ ਵੇਲੇ ਜੀ ਅਕਾਲੀ ਸਰਕਾਰ ਵੇਲੇ। ਜੀ ਸੈਕੰਡ ਪੁਸ਼ ਟੂ ਐਗਰੀਕਲਚਰ, ਜੀ ਉਹਦੇ 'ਚ ਇਨੀਸ਼ੀਅਲ 100 ਕਰੋੜ ਦੀ ਇਨਵੈਸਟਮੈਂਟ ਸੀ ਜੀ ਵੀ ਕਿਵੇਂ ਕੋਲਡ ਸਟੋਰ ਬਣਾਉਣੇ, ਕੀ ਕਰਨਾ, ਪੂਰੀ ਚੇਨ ਸੀ। ਜੀ ਤੇ ਬਾਦਲ ਸਾਹਿਬ ਕਿਆ ਕਰਦੇ ਸੀਗੇ ਵੀ ਰੋਜ਼ ਅਸੀਂ ਸਬਜ਼ੀਆਂ ਦਾ ਜਹਾਜ਼ ਭਰ ਕੇ ਅੰਮ੍ਰਿਤਸਰ ਤੋਂ ਲੰਡਨ ਭੇਜਿਆ ਕਰਾਂਗੇ। ਬਿਲਕੁਲ ਹੋਇਆ ਕੁਛ ਨਹੀਂ। ਜੀ ਮਾਡਲ ਉਹਨਾਂ ਨੇ ਵੀ ਦਿੱਤਾ ਸੀ। ਜੀ ਜਿਵੇਂ ਹੁਣ ਮਾਡਲ ਦੀ ਗੱਲ ਕੀਤੀ ਜਾ ਰਹੀ ਹੈ, ਮਾਡਲ ਤਾਂ ਵਾਰ-ਵਾਰ ਸਾਹਮਣੇ ਆਉਂਦੇ ਰਹੇ, ਇੰਪਲੀਮੈਂਟ ਕਦੇ ਨਹੀਂ ਹੋਇਆ। ਹੁਣ ਮੋਦੀ ਜੀ ਉਹ ਇੰਪਲੀਮੈਂਟ ਕਰਾਉਣ। ਮੋਦੀ ਜੀ ਬੜੇ ਇਫੈਕਟਿਵ ਪ੍ਰਾਈਮ ਮਿਨਿਸਟਰ ਹੈ, ਜੀ ਇਹ ਕਰਾ ਸਕਦੇ ਆ। ਜੀ ਪੰਜਾਬ ਨੂੰ ਇਸ ਫਸਲੀ ਚੱਕਰ 'ਚੋਂ ਬਾਹਰ ਕੱਢਣ। ਜੀ ਕਹੋ ਜੀ ਤੁਹਾਡਾ ਜੋ ਨਵੀਆਂ ਕਰਾਫਟ ਬੀਜੋਗੇ, ਮੱਕੀ, ਜੀ ਤੁਸੀਂ ਵੈਲਿਊ ਐਡੀਸ਼ਨ ਮੱਕੀ ਦੀ ਕਰੋ। ਜੀ ਅਮਰੀਕਾ ਵਾਲੇ ਮੱਕੀ ਕਿਸ ਲੈਵਲ 'ਤੇ ਕਿੰਨੇ ਵੈਲਿਊ ਐਡੀਸ਼ਨ ਕਰਕੇ ਤੁਹਾਨੂੰ ਕਿੰਨੇ ਮਹਿੰਗੇ ਭਾਅ 'ਤੇ ਵੇਚ ਰਹੇ ਆ। ਬਿਲਕੁਲ ਬਿਲਕੁਲ ਅਸੀਂ ਕਿਉਂ ਨਹੀਂ ਕਰ ਸਕਦੇ? ਉਹ ਸਾਡੇ ਤਾਂ ਫੂਡ ਪ੍ਰੋਸੈਸਿੰਗ ਮਿਨਿਸਟਰ ਵੀ ਆਪਣੇ ਰਹੇ ਇੱਥੇ। ਬਿਲਕੁਲ ਜੀ ਹਾਂਜੀ, ਸੋ ਇਹ ਸਾਰਾ ਕੁਛ ਇੱਕ ਪੈਕੇਜ ਹੋਵੇ ਜੀ ਤੇ ਮੋਦੀ ਜੀ ਮੇਰੇ ਖਿਆਲ ਅਨਾਊਂਸ ਕਰਨ ਤੇ ਪੰਜਾਬ ਦਾ ਭਲਾ ਹੋ ਜਾਏਗਾ ਇਹਦੇ 'ਚ। ਬਿਲਕੁਲ ਜੀ ਇਹ ਮੁੱਦੇ ਤਾਂ ਪੰਜਾਬ ਦੇ ਹੱਲ ਕਰਨੇ ਪੈਣਗੇ। ਇਸ ਤੋਂ ਬਿਨਾਂ ਪੰਜਾਬ ਅੱਗੇ ਨਹੀਂ ਵੱਧ ਸਕਦਾ, ਚਾਹੇ ਫਸਲੀ ਚੱਕਰ 'ਚੋਂ ਕੱਢਣ ਦੀ ਗੱਲ ਹੈ। ਦੂਜਾ ਜੀ, ਪੰਜਾਬ ਦੇ ਸਿਰ ਵੀ ਬਹੁਤ ਵੱਡਾ ਖਰਚਾ ਹੈ, ਜਿਹੜਾ ਕਿ ਅੱਤਵਾਦ ਦੇ ਸਮੇਂ ਤੋਂ ਕਿਹਾ ਜਾ ਰਿਹਾ ਕਿ ਉਦੋਂ ਦਾ ਚੜ੍ਹਿਆ ਹੋਇਆ, ਉਸ ਟਾਈਮ ਦੇ ਮਿਲੀਟੈਂਸੀ ਦਾ ਜਿਹੜਾ ਸੀਗਾ ਉਹ। ਮੈਂ ਤੁਹਾਨੂੰ ਉਹਦੇ ਬੈਕਗਰਾਉਂਡ ਥੋੜ੍ਹੀ ਦੱਸ ਦਿੰਦਾ। ਜੀ ਇਹ ਕਰਜ਼ਾ ਕਿੰਨੀ ਵਾਰੀ ਮਾਫ ਹੋ ਚੁੱਕਿਆ। ਅੱਛਾ ਜੀ ਸਾਹਿਬ ਬਿਆਨ ਸਿੰਘ ਦੇ ਵੇਲੇ ਇਹ ਕਰਜ਼ਾ ਚੜ੍ਹਿਆ ਸੀਗਾ, ਉਹਨਾਂ ਨੇ ਨਹੀਂ, ਉਸ ਤੋਂ ਪਹਿਲਾਂ ਸ਼ੁਰੂ ਹੋ ਗਿਆ ਸੀਗਾ। ਜੀ ਸਪੈਸ਼ਲ ਟਰਮ ਲੋਨ ਉਹਨੂੰ ਕਿਹਾ ਗਿਆ ਸੀਗਾ ਜੀ ਤੇ ਉਹ 600 ਕਰੋੜ ਉਹ ਸਾਲ ਦਾ, 600 ਤੋਂ 800 ਕਰੋੜ ਸਾਲ ਦਾ ਇਹਨਾਂ ਨੂੰ ਮਿਲ ਰਿਹਾ ਸੀਗਾ। ਜੀ ਤੇ ਉਹ ਇੱਕ ਸਟੇਜ ਤੇ ਨਰਸਿਮਹਾ ਰਾਓ ਵੇਲੇ ਵੀ ਜਦੋਂ ਉਹ ਪ੍ਰਾਈਮ ਮਿਨਿਸਟਰ ਸੀਗੇ ਜੀ ਉਦੋਂ ਕੇਸ ਚੱਲਿਆ ਸੀ। ਡਾਕਟਰ ਮਨਮੋਹਨ ਸਿੰਘ ਨੇ ਵੀ ਮਾਫ ਕੀਤਾ ਸੀ, ਜੀ ਨਰਸਿਮਹਾ ਰਾਓ ਨੇ ਵੀ ਮਾਫ ਕੀਤਾ ਸੀ। ਕੁਛ ਇੰਸਟਾਲਮੈਂਟਸ ਉਹਦੀਆਂ ਰਹਿ ਗਈਆਂ ਸੀਗੀਆਂ। ਜੀ ਉਹ ਕਾਗਜ਼ ਮੇਰੇ ਕੋਲ ਪਏ ਹੁੰਦੇ ਸੀਗੇ, ਜੀ ਹੁਣ ਮੈਂ ਮੁੜ ਕੇ ਸੁੱਟ ਦਿੱਤੇ ਜਦੋਂ ਮੈਂ ਐਕਟਿਵ ਨਹੀਂ ਰਿਹਾ ਜਰਨਲਿਜ਼ਮ ਦੇ ਵਿੱਚ। ਜੀ ਸੋ ਓਰੀਜਨਲ ਰਿਕਾਰਡ ਮੇਰੇ ਕੋਲ ਪਿਆ ਸੀ। ਜੀ ਜਲੰਧਰ ਅਕਾਲੀ ਦਲ ਨੇ ਰੈਲੀ ਕੀਤੀ ਸੀ, ਬਾਦਲ ਸਾਹਿਬ ਪ੍ਰਾਈਮ ਮਿਨਿਸਟਰ ਸੀ, ਆਪਣੇ ਮੁੱਖ ਮੰਤਰੀ ਸੀਗੇ, ਜੀ ਤੇ ਉੱਥੇ ਡਾਕਟਰ ਮਨਮੋਹਨ ਸਿੰਘ ਆਏ ਸੀਗੇ। ਜੀ ਕਰਜ਼ੇ ਨੂੰ ਮਾਫ ਕਰਦਾ ਧੰਨਵਾਦ ਇਹਨਾਂ ਨੇ ਉੱਥੇ ਕੀਤਾ ਸੀ। ਉਹ ਫਾਈਲਾਂ ਕਢਵਾ ਲਓ। ਬਾਦਲ ਸਾਹਿਬ ਨੇ ਹਾਂਜੀ, ਠੀਕ ਹੈ ਉਹ ਕੁਛ ਅਮਾਊਂਟ ਸੀ, ਉਹਦੇ 'ਚ ਇਹ ਸੀ ਕਿ ਇੱਥੋਂ ਤੱਕ ਮਾਫ ਕਰਤਾ। ਉਸ ਤੋਂ ਬਾਅਦ ਜਿਹੜਾ ਅਗਲਾ ਫਾਈਨਾਂਸ ਕਮਿਸ਼ਨ ਕੇਂਦਰ ਦਾ ਬੈਠੇਗਾ, ਉਹ ਬਾਕੀ ਕਰਜ਼ੇ 'ਤੇ ਫੈਸਲਾ ਲਏਗਾ। ਠੀਕ ਹੈ ਉਹ ਸਟੈਪ ਬਾਈ ਸਟੈਪ ਮਾਫ ਹੋਣਾ ਸੀਗਾ। ਕਿਸ਼ਤਾਂ ਦੇ ਵਿੱਚ ਹਾਂ, ਕੁਛ ਕਿਸ਼ਤਾਂ ਮਾਫ ਹੋ ਗਈਆਂ ਸੀਗੀਆਂ, ਠੀਕ ਹੈ ਕੁਛ ਕਿਸ਼ਤਾਂ ਅਗਲੇ ਫਾਈਨਾਂਸ ਕਮਿਸ਼ਨ ਨੇ ਮਾਫ ਕਰ ਰਹੀਆਂ ਸੀਗੀਆਂ। ਜੀ ਮੈਨੂੰ ਅੱਜ ਦੀ ਡੇਟ ਦੇ ਵਿੱਚ ਨਹੀਂ ਪਤਾ ਕਿ ਕਿੰਨਾ ਰਹਿ ਗਿਆ ਸੀਗਾ। ਜੀ ਇਹ ਕਹਿਣਾ ਗਲਤ ਹੈ ਕਿ ਉਸ ਵੇਲੇ ਦਾ ਇਹ ਸਾਰਾ ਕਰਜ਼ਾ ਹੈ। ਜੀ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਕਿੰਨਾ ਕਰਜ਼ਾ ਚੜ੍ਹਿਆ। ਬਿਲਕੁਲ ਜੀ, ਕਿਉਂਕਿ ਜ਼ਿਆਦਾਤਰ
ਪੋਲੀਟੀਕਲ ਪਾਰਟੀਆਂ ਹੀ ਰੌਲਾ ਪਾਉਂਦੀਆਂ ਜੀ, ਉਸ ਟਾਈਮ ਦਾ ਚੜਿਆ ਹੋਇਆ ਸੀਗਾ ਜੀ। ਹੁਣ ਨਵਜੋਤ ਸਿੰਘ ਸਿੱਧੂ ਕਹਿ ਰਹੇ ਵੀ ਇੰਨਾ ਕਰਜ਼ਾ ਪੰਜਾਬ ਤੇ ਹੋ ਗਿਆ। ਸਿੱਧੂ ਸਾਹਿਬ ਤਾਂ ਪਹਿਲੀ ਵਾਰੀ ਨਹੀਂ ਕਹਿ ਰਹੇ, ਉਸ ਤੋਂ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਜਦੋਂ ਇਹਨਾਂ ਨੇ ਅਕਾਲੀ ਦਲ ਦੀ ਸਰਕਾਰ ਦੇ ਵਿੱਚੋਂ ਰਿਜ਼ਾਈਨ ਕੀਤਾ, ਇਹਨਾਂ ਨੇ ਐਸਾ ਕੰਪੇਨ ਚਲਾਈ ਕਿ ਪੰਜਾਬ ਸਰ ਬੜਾ ਵੱਡਾ ਕਰਜ਼ਾ ਹੈ, ਪੰਜਾਬੀ ਦਾ ਮਾਰੇ ਜਾਣਗੇ ਇਸ ਕਰਜ਼ੇ ਦੇ ਥੱਲੇ ਦੱਬ ਕੇ। ਜੀ, ਕਰਜ਼ੇ ਦਾ ਰੌਲਾ ਪਿਆ ਇਸੇ ਬੇਸਿਸ ਤੇ ਇਹਨਾਂ ਨੇ ਪਾਰਟੀ ਬਣਾਈ ਜੀ। PPP, ਹਾਂਜੀ ਪੀਪਲਜ਼ ਪਾਰਟੀ ਆਫ ਪੰਜਾਬ। ਜੀ ਸਰ। ਹਾਂਜੀ, ਉਹੀ ਇਸ਼ੂ ਹੁਣ ਨਵਜੋਤ ਸਿੰਘ ਸਿੱਧੂ ਨੇ ਚੱਕਿਆ ਹੋਇਆ। ਹੁਣ ਮੇਰਾ ਪੁਆਇੰਟ ਇਹ ਹੈ ਕਿ ਜਦੋਂ ਐਤਕੀ ਸਰਕਾਰ ਬਣੀ 2017 'ਚ, ਜੀ ਉਸ ਵੇਲੇ ਦਾ ਕਰਜ਼ਾ ਚੱਕੋ। ਜੀ ਹੁਣ ਜਿਹੜਾ ਲੀਡਰ ਉਸ ਵੇਲੇ ਕਿਸੇ ਵੇਲੇ ਰੌਲਾ ਪਾਉਂਦਾ ਸੀਗਾ ਵੀ ਇੰਨਾ ਵੱਡਾ ਕਰਜ਼ਾ ਹੋ ਗਿਆ, ਹੁਣ ਉਹ ਫਾਈਨਾਂਸ ਮਿਨਿਸਟਰ ਹੈ। ਦੁਬਾਰੇ ਫੇਰ ਪਹਿਲਾਂ ਵੀ ਫਾਈਨਾਂਸ ਮਿਨਿਸਟਰ ਰਿਹਾ ਹੁਣ ਲਗਾਤਾਰ। ਜੇ ਮੈਂ ਖਾਸ ਕਰਕੇ ਗੱਲ ਕਰੂੰਗਾ ਪਿਛਲੀ ਛੱਡੀਏ, ਜੀ ਸਰ। 17 ਦੇ ਵਿੱਚ ਕਿੰਨਾ ਕਰਜ਼ਾ ਸੀ, ਜੀ ਤੇ ਉਸ ਲੀਡਰ ਦੇ ਫਾਈਨਾਂਸ ਮਿਨਿਸਟਰ ਦੇ ਦੌਰ ਦੇ ਵਿੱਚ ਜਿਹਨੇ ਇਹ ਇਸ਼ੂ ਕਿਸੇ ਵੇਲੇ ਬਹੁਤ ਵੱਡਾ ਪੇਸ਼ ਕੀਤਾ ਸੀ ਪੰਜਾਬ ਵਿੱਚ, ਜਦੋਂ ਉਹਦੀ ਟਰਮ ਹੁਣ ਖਤਮ ਹੋਣੀ ਹੈ, ਜੀ ਹੁਣ ਹੋਰ ਕਰਜ਼ਾ ਕਿੰਨਾ ਚੜਿਆ। ਜੀ ਬਿਲਕੁਲ ਜੀ। ਲੋਕ ਹਾਂਜੀ, ਪੰਜਾਬ ਦਾ ਸਮੱਸਿਆ ਇਹ ਹੈ ਕਿ ਪੰਜਾਬ ਦੇ ਵਿੱਚ ਰਿਸੋਰਸ ਮੋਬਿਲਾਈਜੇਸ਼ਨ ਨਹੀਂ ਹੈ। ਜੀ 97 ਦੀ ਸਰਕਾਰ ਜੇ ਬਾਦਲ ਸਾਹਿਬ ਦੀ ਚੱਕੀਏ, ਜੀ ਉਦੋਂ ਗੱਲ ਹੁੰਦੀ ਸੀ ਵੀ ਹੁਣ ਕਰਜ਼ੇ ਆਪਣੇ 2 ਸਾਲ ਪਹਿਲੇ ਟੈਕਸ ਲਾਉਣੇ ਸ਼ੁਰੂ ਕਰੀਏ। ਜੀ ਗੱਲ ਸਿਰਫ ਟੈਕਸ ਲਾਉਣ ਦੀ ਨਹੀਂ ਹੈ, ਜੀ ਇਕਾਨਮੀ ਰਿਵਾਈਵ ਕਰਨ ਦੀ ਹੈ। ਜੀ ਰਿਵਾਈਵ ਕਿਵੇਂ ਕਰਨੀ ਹੈ, ਤੇ ਕਰਜ਼ਾ ਤਾਂ ਹੀ ਖਤਮ ਹੋਏਗਾ। ਕਰਜ਼ਾ ਸਿਰਫ ਪੰਜਾਬ ਤੇ ਨਹੀਂ ਹੈ, ਕੇਰਲ ਤੇ ਬਹੁਤ ਹੈ, ਵੈਸਟ ਬੰਗਾਲ ਤੇ ਬਹੁਤ ਹੈ। ਜੀ ਹੁਣ ਤੁਹਾਡੇ ਬਾਹਰ ਦੇ ਪ੍ਰਾਈਮਟਿਵ ਏਸ਼ੀਆ ਬਾਹਰ ਦੇਖਿਆ ਜਾਂਦਾ ਬਹੁਤ, ਅਮਰੀਕਾ ਦੇ ਕਰਜ਼ਾ ਕਿੰਨਾ ਹੈ ਜੀ ਜੇ GDP ਦੇ ਹਿਸਾਬ ਤੇ ਦੇਖੀਏ ਪ੍ਰੋਪੋਰਸ਼ਨੇਟਲੀ, ਜੀ ਉਹਨਾਂ ਦਾ ਬਹੁਤ ਜ਼ਿਆਦਾ ਹੈ। ਅਸੀਂ ਇੱਕ ਹਊਆ ਬਣਾ ਕੇ ਪੇਸ਼ ਕਰਦੇ ਹਾਂ, ਸੱਚਾਈ ਕੀ ਹੈ, ਇਹਨੂੰ ਕਿਵੇਂ ਟੈਕਲ ਕਰਨਾ ਹੈ, ਇਹਦੇ ਬਾਰੇ ਕੋਈ ਧਿਆਨ ਨਹੀਂ ਦਿੰਦਾ। ਇਹਦੇ ਬਾਰੇ ਕੋਈ ਧਿਆਨ ਨਹੀਂ ਦਿੰਦਾ। ਉਹਦੇ ਵਿੱਚ ਸਿਆਸਤ ਆ ਜਾਂਦੀ ਹੈ ਜੀ ਸਾਰੀ ਗੱਲ ਦੇ ਵਿੱਚ, ਵੋਟਾਂ ਦੀ ਰਾਜਨੀਤੀ ਆ ਜਾਂਦੀ, ਵੋਟਾਂ ਦੀ ਰਾਜਨੀਤੀ ਹੈ। ਲੋਕਾਂ ਨੂੰ ਇਸ ਕਰਕੇ ਭੰਬਲ ਭੂਸੇ 'ਚ ਪਾਉਣਾ। ਇਹਦਾ ਹੱਲ ਮੋਦੀ ਜੀ ਇੰਨਾ ਕਰ ਸਕਦੇ ਹੈ ਕਿ ਇਹਨੂੰ ਸਟੈਗਰ ਕਰ ਦਿਓ, ਹੋਰ ਜੀ ਕਿਸ਼ਤ ਅੱਗੇ ਪਾ ਦਿਓ, ਕਿਸ਼ਤਾਂ 'ਚ ਨਿਬੇੜ ਦਿਓ ਕੰਮ ਸਾਰਾ। ਕੇਂਦਰ ਨਿਬੇੜ ਦੇਵੇ, ਠੀਕ ਹੈ ਜੀ। ਫਿਰ ਬਾਕੀ ਸਟੇਟ ਦਾ ਵੀ ਨਿਬੇੜਨਾ ਪਏਗਾ, ਇਕੱਲੇ ਪੰਜਾਬ ਦਾ ਨਹੀਂ। ਹਾਂ, ਇਹੀ ਚੁਣੌਤੀ ਹੁੰਦੀ ਹੈ ਜੀ, ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਾਹਮਣੇ ਵੀ ਜੇ ਪੰਜਾਬ ਦਾ ਕਰਦੇ ਆ ਤਾਂ ਫਿਰ ਦੂਜੇ ਸਟੇਟਾਂ ਦਾ ਸਾਰਿਆਂ ਦਾ ਕਰਨਾ ਪੈਣਾ ਹੈ। ਪਰ ਉਹਦਾ ਕੋਈ ਬੇਸ ਬਣ ਸਕਦਾ ਜੀ। ਪੰਜਾਬ ਨੇ ਇੰਨਾ ਚਾਹੇ ਹਰੀ ਕ੍ਰਾਂਤੀ ਦੀ ਗੱਲ ਹੋਵੇ, ਪੰਜਾਬ ਦੇ ਵਿੱਚੋਂ ਹੀ ਸਾਰਾ ਮਤਲਬ ਜੇ ਜਦੋਂ ਪੰਜਾਬ ਦੇ ਰਿਸੋਰਸਿਸ ਇੰਨੇ ਯੂਜ਼ ਕੀਤੇ ਗਏ, ਹੋਰ ਸਟੇਟਾਂ ਦੇ ਕੋਲੇ ਜਦੋਂ ਭੁੱਖਮਰੀ ਦਾ ਟਾਈਮ ਸੀ ਇੰਦਰਾ ਗਾਂਧੀ ਵੇਲੇ, ਉਹਦਾ ਕੋਈ ਬੇਸ ਨਹੀਂ। ਅਸੀਂ ਪਹਿਲੇ ਗ੍ਰੀਨ ਰੈਵੋਲੂਸ਼ਨ ਦੇ ਜਿਹੜੇ ਪਹਿਲੇ 20 ਸਾਲ ਹੈ ਨਾ, ਅਸੀਂ ਆਪਣਾ ਕੇਸ ਪ੍ਰੋਪਰਲੀ ਕੇਂਦਰ ਕੋਲੇ ਪੁੱਟ ਅਪ ਹੀ ਨਹੀਂ ਕਰ ਸਕੇ। ਪੰਜਾਬ ਪੁੱਟ ਨਹੀਂ ਕਰ ਸਕਿਆ। ਨਹੀਂ ਕਰ ਸਕਿਆ, ਇਹ ਆਪ ਭੁਗਤੀ ਗਿਆ ਜਿਹੜੀ ਵੀ ਸਰਕਾਰ ਆਈ ਹੈ। ਮੈਂ ਕਿਸੇ ਦਾ ਦੋਸ਼ ਨਹੀਂ ਕਰਦਾ। ਠੀਕ ਹੈ ਜੀ। ਸਾਡੀ ਬਿਊਰੋਕ੍ਰੇਸੀ ਇਹਨੇ ਇੱਕ ਬੈਂਕਰਪਟ ਹੈ, ਮੈਂ ਕਹਿੰਦਾ, ਜੀ ਤੇ ਕਰਪਟ ਹੈ। ਠੀਕ ਹੈ ਜੀ। ਹੁਣ ਤਾਂ ਸਰਵੇ ਆ ਗਿਆ ਕਿ ਪੰਜਾਬ ਦੀ ਬਿਊਰੋਕ੍ਰੇਸੀ ਹਿੰਦੁਸਤਾਨ 'ਚ ਸਭ ਤੋਂ ਕਰਪਟ ਹੈ। ਅੱਛਾ ਜੀ। ਹਾਂ, ਸਾਲ ਹੋ ਗਿਆ ਸਰਵੇ ਆਏ ਨੂੰ, ਜੀ ਜੀ ਸਾਰੀਆਂ ਸਟੇਟ ਦਾ ਆਇਆ ਸੀਗਾ, ਜੀ। ਤੇ ਉਹਦੇ 'ਚ ਪੰਜਾਬ ਟੌਪ ਤੇ ਇੱਕੋ ਗੱਲ ਦੇ ਵਿੱਚ ਸੀ, ਉਹ ਤੁਹਾਡੀ ਬਿਊਰੋਕ੍ਰੇਸੀ ਕਰਪਟ ਹੈ, ਸਭ ਅਫਸਰਸ਼ਾਹੀ ਸਭ ਤੋਂ ਵੱਧ ਕਰਪਟ ਹੈ। ਕਿਉਂਕਿ ਇੱਥੇ ਕੰਮ ਬਿਨਾਂ ਪੈਸੇ ਤੋਂ ਇਹਨਾਂ ਨੂੰ ਕੋਈ ਹਮਦਰਦੀ ਨਹੀਂ ਜੀ। ਕਿਸੇ ਗੱਲ ਦੇ ਨਾਲ। ਜੀ ਹਾਂਜੀ, ਅੱਜ ਮੈਂ ਹੱਸਦਾ ਹੁੰਦਾ ਕਿ ਸਾਡੇ ਕੁਝ ਅਫਸਰ ਰਿਟਾਇਰ ਹੋ ਕੇ ਹੁਣ ਉਹਨਾਂ ਨੂੰ ਪੰਜਾਬ ਦਾ ਦਰਦ ਜਾਗਿਆ ਹੋਇਆ ਅੱਜ ਕੱਲ੍ਹ। ਹਾਂਜੀ। ਕਿਸਾਨੀ ਸੰਘਰਸ਼ ਦੇ ਵਿੱਚ ਖਾਸ ਕਰਕੇ ਇਹ ਐਕਟਿਵ ਹੋਏ ਵੀ ਅਸੀਂ ਪੰਜਾਬ ਬਹੁਤ ਸੰਕਟ 'ਚ ਲੈ ਗਿਆ ਤੇ ਆਪਾਂ ਬਾਹਰ ਕੱਢਣਾ। ਬਿਲਕੁਲ ਜੀ। ਭਾਈ ਤੁਸੀਂ ਤਾਂ ਰਾਜ ਚਲਾਉਂਦੇ ਰਹੇ, ਉਹੀ ਪੁਲਿਸ ਅਫਸਰ, ਉਹੀ ਸਿਸਟਮ ਦੇ ਪਾਰਟ ਸੀ, ਉਹੀ ਸਾਰਾ ਕੁਝ ਸੀ। ਜੀ। ਸੋ ਪੰਜਾਬ ਦੀ ਸਿਚੁਏਸ਼ਨ ਬੜੀ ਕੰਪਲੈਕਸ ਜੀ ਹੈਗੀ ਹੈ। ਜੇ ਮੋਦੀ ਜੀ ਕੁਝ ਕਰ ਸਕਦੇ ਹੈ ਤੇ ਮੇਰੇ ਖਿਆਲ 'ਚ ਜਿਹੜੀ ਮੈਂ ਗੱਲ ਪਹਿਲਾਂ ਕੀਤੀ ਹੈ ਵੀ ਤੁਸੀਂ ਵਪਾਰ ਖੋਲ੍ਹ ਦਿਓ, ਬਾਗਾ ਇਹੋ ਖੋਲ ਜਿਹੇ ਦਿਓ, ਇਸ਼ੂ, ਬਾਗਾ ਬਾਰਡਰ ਖੋਲ ਦਿਓ। ਹਾਂ, ਜਿਹੜੇ ਇਸ਼ੂ ਸਿਰਫ ਪੰਜਾਬ ਨਾਲ ਕੰਸਰਨ ਕਰਦੇ ਹੈ, ਜੀ ਤੁਸੀਂ ਉਹ ਕਰੋ। ਪੰਜਾਬ ਨੂੰ ਸਪੈਸ਼ਲ ਅਸਿਸਟੈਂਸ ਗ੍ਰਾਂਟ ਦੇ ਰੂਪ ਦੇ ਵਿੱਚ ਜੀ ਦੇ ਦਿਓ, ਠੀਕ ਹੈ ਜੀ। ਤਾਂ ਕਿ ਇਕਾਨਮੀ ਰਿਵਾਈਵ ਕੀਤੀ ਜਾ ਸਕੇ। ਜੀ ਸੋ ਇਹੋ ਜਿਹੇ ਇਸ਼ੂ ਹੈਗੇ, ਮੇਰੇ ਖਿਆਲ ਉਹਨੂੰ ਕਰ ਲੈਣਾ ਚਾਹੀਦਾ ਜੇ ਇਹਨਾਂ ਨੇ ਪੰਜਾਬ 'ਤੇ ਫੋਕਸ ਕਰਨਾ। ਜਿਹੜੀ ਇਹਨਾਂ ਦੀ ਸਿਆਸਤ ਹੈ ਉਹਦੇ 'ਚ ਲੋੜ ਇਸ ਵੇਲੇ BJP ਨੂੰ ਪੰਜਾਬ ਦੀ ਹੈ, ਪੰਜਾਬ ਨੂੰ BJP ਦੀ ਲੋੜ ਨਹੀਂ ਹੈ ਬਿਲਕੁਲ ਜੀ। ਜੀ। ਸੋ BJP ਨੂੰ ਲੋੜ ਹੈ, ਜੀ BJP ਨੂੰ ਸਿੱਖਾਂ ਦੀ ਲੋੜ ਹੈ ਪੰਜਾਬ ਇਸ ਵੇਲੇ ਉਸ ਸਿਆਸਤ ਦੇ ਵਿੱਚ। ਇਸ ਕਰਕੇ ਉਹ ਪੰਜਾਬ 'ਤੇ ਫੋਕਸ ਕਰ ਰਹੇ ਹੈ। ਜੇ ਇਲੈਕਸ਼ਨ ਇੰਨੇ ਜ਼ੋਰ ਸ਼ੋਰ ਨਾਲ ਲੜ ਰਹੇ ਹੈ ਤੇ ਮੇਰੇ ਖਿਆਲ 'ਚ ਪੰਜਾਬ ਦੇ ਉਹਨਾਂ ਨੂੰ ਹਿੱਤਾਂ ਦੇ ਵਾਸਤੇ ਕੁਝ ਕਰਨਾ ਚਾਹੀਦਾ ਅੱਗੇ। ਬਿਲਕੁਲ ਕਰਨਾ ਚਾਹੀਦਾ ਜੀ, ਨਹੀਂ ਤਾਂ ਫਿਰ ਪੰਜਾਬੀ ਤਾਂ ਛੇਤੀ ਛੇਤੀ ਮੂੰਹ ਨਹੀਂ ਲਾਉਂਦੇ ਹੁੰਦੇ, ਨਹੀਂ ਲਾਉਂਦੇ ਇੱਕ ਪਾਸਾ ਹੀ ਕਰਦੇ ਨੇ ਉਹ। ਯੈਸ।
ਦੂਜੇ ਪਾਸੇ ਸਰ ਆਪਾਂ ਦੇਖੀਏ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਰੋਲ ਹੈ, ਜੇ ਵਾਘੇ ਦੀ ਤੁਸੀਂ ਗੱਲ ਕੀਤੀ ਆ ਤੇ ਕੈਪਟਨ ਅਮਰਿੰਦਰ ਸਿੰਘ ਦੂਜੇ ਪਾਸੇ ਪੱਖ ਤੋਂ ਗੱਲ ਕਰਦੇ ਨੇ ਕਿ ਜੀ ਉੱਥੇ ਮਿਲੀਟੈਂਸੀ ਆ। ਜੇ ਕੈਪਟਨ ਅਮਰਿੰਦਰ ਸਿੰਘ 5 ਸਾਲ ਮੁੱਖ ਮੰਤਰੀ, 5 ਸਾਲ ਹੀ ਲਾ ਲਓ ਜੀ, 3 ਮਹੀਨਿਆਂ ਦੇ ਚੰਨੀ ਦਾ ਦੂਜੇ ਪਾਸੇ ਨਹੀਂ 5 ਸਾਲ ਹੀ ਹਾਂ 5 ਸਾਲ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੇ ਵਿੱਚ ਜੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਜ ਤਾਂ ਯਾਰੀ ਲਾ ਲੈਂਦੇ ਨੇ, ਅੱਜ ਤਾਂ ਉਹਨਾਂ ਦੀ ਪਾਰਟੀ ਰਿਲਾਇੰਸ ਕਰਦੀ ਹੈ, ਤੇ ਉਦੋਂ ਕਿਉਂ ਨਹੀਂ ਪੰਜਾਬ ਦੇ ਮਸਲੇ ਹੱਲ ਕਰਵਾ ਸਕੇ ਜਦੋਂ ਤਾਂ ਪੂਰੀ ਪਾਵਰ ਸੀ ਉਹਨਾਂ ਕੋਲ? ਨਹੀਂ 4.5 ਸਾਲ ਤਾਂ ਕੈਪਟਨ ਸਾਹਿਬ ਆਪਣੇ ਘਰੋਂ ਨਿਕਲੇ ਹੀ ਨਹੀਂ ਬਾਹਰ। ਫਿਰ ਹੁਣ ਕਿਹੜੇ ਮੂੰਹ ਨਾਲ ਪੰਜਾਬ ਵੀ ਉਹਨਾਂ ਤੇ ਭਰੋਸਾ ਕਰਨਗੇ ਜੀ? ਨਹੀਂ ਮੈਂ ਤਾਂ ਦੇਖੋ ਇਸ ਵੇਲੇ ਕੈਪਟਨ ਸਾਹਿਬ ਤੇ ਬਣਾ ਲਫ਼ਜ਼ ਕੀ ਵਰਤਾਂ, ਮੈਂ ਹੁਣ ਜਦੋਂ ਦੇਖਦਾ ਨਾ ਕਿ ਬੀਜੇਪੀ ਵਾਲੇ ਲੀਡਰਾਂ ਦੇ ਪਿੱਛੇ ਖੜੇ ਹੁੰਦੇ ਆ, ਪੰਜਾਬ ਦੇ ਵਿੱਚ ਕੈਪਟਨ ਸਾਹਿਬ ਦਾ ਇੱਕ ਬਹੁਤ ਵੱਡਾ ਸਟੇਟਸ ਸੀ ਜੀ, ਬਹੁਤ ਵੱਡੇ ਕੱਦ ਦੇ ਲੀਡਰ ਸੀਗੇ, ਬਹੁਤ ਇਫੈਕਟਿਵ ਸੀ। ਬਿਲਕੁਲ ਜੀ। ਜੇ ਪਿਛਲੀ ਟਰਮ ਲਓ ਇਹਨਾਂ ਦੀ, ਇਹਨਾਂ ਨੇ 2-3 ਬਹੁਤ ਵੱਡੇ ਕੰਮ ਕੀਤੇ ਹੈ ਤੇ ਇਹਨਾਂ ਨੂੰ ਇੱਕ ਵਧੀਆ ਲੀਡਰ ਗਿਣਿਆ ਜਾਂਦਾ ਸੀ। ਬਿਰੂ ਸਾਰ ਵੇਲੇ ਲਿਆ, ਦਰਿਆਈ ਪਾਣੀਆਂ ਦੇ ਲਿਆ, ਇਸੇ ਕਰਕੇ ਪਿਛਲੀ ਵਾਰ ਇਹਨਾਂ ਨੂੰ ਬਹੁਤ ਵੋਟਾਂ ਪਈਆਂ ਸੀਗੀਆਂ। ਲੋਕ ਸਵਾਲ ਕਰਦੇ ਨੇ ਜੀ ਕਿ ਤੁਸੀਂ ਮੁੱਖ ਮੰਤਰੀ ਦੀ ਕੁਰਸੀ ਤੁਹਾਡੇ ਕੋਲ, ਪ੍ਰਧਾਨ ਮੰਤਰੀ ਤੁਹਾਡਾ ਆੜੀ ਹੋਵੇ ਬੀਜੇਪੀ ਦਾ, ਇੱਕ ਕੰਮ ਨਹੀਂ ਕਰਾ ਸਕੇ ਪੰਜਾਬ ਦਾ ਇਹ ਇੱਕ ਵੀ। ਤੇ ਫਿਰ ਹੁਣ 2022 ਦੀਆਂ ਚੋਣਾਂ ਦੇ ਵਿੱਚ ਕੀ ਅਲਾਈਅੰਸ ਕਰਕੇ ਪੰਜਾਬ ਦੇ ਮੁੱਦੇ ਹੱਲ ਕਰਾਉਣ ਦੀ ਸੋਚ ਰਹੇ ਨੇ ਜੀ? ਨਹੀਂ ਹੁਣ ਤਾਂ ਜਿਹੜੀ ਮੈਂ ਗੱਲ ਕੀਤੀ ਕਿ ਇਹਨਾਂ ਦਾ ਮਕਸਦ ਇੱਕੋ ਹੀ ਹੈ ਵੀ ਕਾਂਗਰਸ ਨੂੰ ਹਰਾਉਣਾ ਕਿਵੇਂ ਹੈ, ਕਿਉਂਕਿ ਇਹਨਾਂ ਦਾ ਮਕਸਦ ਇਹ ਹੈ ਤੇ ਬੀਜੇਪੀ ਨੂੰ ਸੂਟ ਕਰਦਾ ਹੈ। ਕੋਈ ਕਾਂਗਰਸ ਨੇ ਉਹਨਾਂ ਨੂੰ ਜਲੀਲ ਕੀਤਾ, ਉਹ ਕਹਿੰਦੇ ਨੇ ਕਿ ਮੈਨੂੰ ਕਾਂਗਰਸ ਦੇ ਵਿੱਚ ਜਲੀਲ ਕੀਤਾ ਗਿਆ ਜਦੋਂ ਮੈਨੂੰ ਕੱਢਿਆ ਗਿਆ, ਮਤਲਬ ਮੈਨੂੰ ਉਹਦੇ ਤੇ ਕਾਂਗਰਸ ਨੂੰ ਤਾਂ ਬਲੇਮ ਕਰਨਾ ਗਲਤ ਹੈ ਨਾ, ਵੀ ਤੁਸੀਂ ਆਪ ਹੀ ਘਰੋਂ ਬਾਹਰ ਨਹੀਂ ਨਿਕਲੇ ਜੀ। ਹਾਂਜੀ, ਜੇ ਤੁਸੀਂ ਕੰਮ ਕੋਈ ਕੀਤਾ ਹੀ ਨਹੀਂ, ਸਰਕਾਰ ਠੇਕੇ ਤੇ ਦੇਤੀ ਇੱਕ ਅਫਸਰ ਨੂੰ ਜੀ, ਤੇ ਜਿਸ ਪਾਰਟੀ ਦਾ ਵਰਕਰ ਥੱਲਿਓਂ ਗਾਲਾਂ ਕੱਢ ਰਿਹਾ ਹੋਵੇ ਕਿ ਸਾਡੀ ਸਰਕਾਰ ਹੀ ਨਹੀਂ ਹੈ, ਕਾਂਗਰਸੀ ਕਹਿੰਦੇ ਸਾਡੀ ਸਰਕਾਰ ਨਹੀਂ ਹੈ, ਇਹ ਅਕਾਲੀਆਂ ਦੀ ਹੈ ਜੀ, ਔਰ ਅਕਾਲੀਆਂ ਨੇ ਵੀ ਕਮਾਲ ਕਰਤੀ, ਉਹ ਕਹਿੰਦੇ ਵਾਕਈ ਵੀ ਸਾਡੀ ਹੈ। ਉਹਨਾਂ ਨੇ ਆਪੋਜੀਸ਼ਨ ਦੀ ਤਰ੍ਹਾਂ ਬਿਹੇਵ ਨਹੀਂ ਕੀਤਾ ਤੇ ਕਾਂਗਰਸ ਕਹਿੰਦੀ ਵੀ ਸਰਕਾਰ ਸਾਡੀ ਹੈ ਹੀ ਨਹੀਂ। ਤੇ ਕੈਪਟਨ ਸਾਹਿਬ ਨੇ ਇਹ ਅਹਿਸਾਸ ਕਰਾਇਆ ਹੀ ਨਹੀਂ ਕਿਸੇ ਨੂੰ ਕਿ ਇਹ ਸਰਕਾਰ ਕਾਂਗਰਸ ਦੀ ਹੈ ਜੀ। ਜੇ ਮੰਤਰੀ ਵੀ ਉਹਨਾਂ ਨੂੰ ਨਹੀਂ ਸੀ ਮਿਲ ਸਕਦੇ ਛੇਤੀ ਕੀਤਿਆਂ, ਫਿਰ ਇਹ ਹੋ ਕੀ ਰਿਹਾ ਸੀਗਾ? ਇਹ ਸਿਰਫ ਕੈਪਟਨ ਸਾਹਿਬ ਹੀ ਦੱਸ ਸਕਦੇ ਹੈ ਕਿ ਇੱਕ ਇੰਨਾ ਜਿਹੜਾ ਬੰਦਾ ਵਿਜ਼ਨਰੀ ਹੋਵੇ, ਖੁਦ ਆਪਣੇ ਆਪ ਦੇ ਇਫੈਕਟਿਵ ਲੀਡਰ ਸੀ, ਡਿਸਾਈਸਿਵ ਸੀ, ਐਰਕੀ ਕੰਮ ਉਹਨਾਂ ਨੇ ਕੋਈ ਕਿਉਂ ਨਹੀਂ ਕੀਤਾ? ਉਹ ਕਹਿੰਦੇ ਵੀ 93% ਮੈਂ ਮੈਨੀਫੈਸਟੋ ਕਰਤਾ ਹੈ ਇੰਪਲੀਮੈਂਟ, ਉਹਦੇ ਕੋਈ ਮੀਨਿੰਗ ਨਹੀਂ ਹੈ। ਇਸ਼ੂਜ਼ ਕੀ ਸੀਗੇ? ਬਰਗਾੜੀ ਉੱਥੇ ਹੀ ਖੜਾ। ਹੁਣ ਆਪਾਂ ਡਰੱਗਸ ਦੇ ਮਾਮਲੇ 'ਤੇ SIT ਦੀ ਰਿਪੋਰਟ 2 ਸਾਲ ਦੀ ਹਾਈ ਕੋਰਟ 'ਚ ਪਈ ਸੀ, ਕਿਸੇ ਨੇ ਕਿਉਂ ਨਹੀਂ ਕੋਸ਼ਿਸ਼ ਕੀਤੀ? ਇਹ ਰਿਪੋਰਟ ਤੇ ਕੀ ਸਿਆਸਤ ਹੁੰਦੀ ਰਹੀ ਜੀ? ਰਿਪੋਰਟ ਇਹਨਾਂ ਨੇ ਜਾ ਕੇ ਜਮਾਂ ਇਲੈਕਸ਼ਨ ਦੇ ਨੇੜੇ ਇਹ ਗੱਲ ਕੀਤੀ, ਪਹਿਲਾਂ ਵੀ ਰੌਲਾ ਪਾਉਂਦੇ ਰਹੇ, ਨਵਜੋਤ ਸਿੱਧੂ ਵੀ ਕਹਿੰਦੇ ਰਹੇ ਜੀ ਪਈ ਹੈ ਜੀ, ਆਹ ਹੋ ਗਿਆ, ਫਿਰ ਕੈਪਟਨ ਅਮਰਿੰਦਰ ਸਿੰਘ ਵੀ ਕਰਦੇ ਰਹੇ, SIT ਬਣਾਤੀਆਂ। ਬੇਅਦਬੀ ਦੀ ਵੀ ਜੇ ਆਪਾਂ ਗੱਲ ਕਰੀਏ, ਉਹਦੇ ਉੱਤੇ ਵੀ ਕਮਰ ਵਿਜੇ ਪ੍ਰਤਾਪ ਸਿੰਘ ਦੀ SIT ਬਣੀ ਸੀ, ਜਿਹੜੀ ਕਿ ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰ ਜਿਹੜੇ ਮੰਤਰੀ ਉਸ ਟਾਈਮ ਦੇ ਵਿੱਚ ਵੀ ਰੌਲਾ ਪਾਉਂਦੇ ਰਹੇ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਕਹਿੰਦੇ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਕੁਛ ਕਰਦਾ ਨਹੀਂ। ਇਹ ਸਰ ਚੱਲਦਾ ਕੀ ਰਿਹਾ ਜੀ? ਡਰੱਗ ਦੇ ਮੁੱਦੇ ਉੱਤੇ ਵੀ ਕੀ ਸਿਆਸਤ ਚੱਲਦੀ ਰਹੀ? ਕੌਣ ਹੈ ਇਹਦੇ ਵਿੱਚ, ਕੀ ਕਹਾਣੀ ਹੈ ਜੀ? ਦੇਖੋ ਮੈਂ ਇਸ ਬਾਰੇ ਕੋਈ ਨਹੀਂ ਕਹਿ ਸਕਦਾ ਵੀ ਕੌਣ ਹੈ ਕੌਣ ਨਹੀਂ। ਬਿਕਰਮ ਮਜੀਠੀਆ ਹੋਰਾਂ ਦੇ ਆਪਣੇ ਕੇਸ ਦਰਜ ਹੋਇਆ, ਉਹ ਅੰਡਰਗਰਾਊਂਡ ਹੈਗੇ ਆ ਜੀ। ਹਾਂਜੀ, ਗੱਲ ਤਾਂ ਠੀਕ ਹੈ, ਮੈਰਿਟ ਡੀਮੈਰਿਟ ਮੈਂ ਇਹਦੇ ਵਿੱਚ ਨਹੀਂ ਪੈਂਦਾ, ਇਹ ਟੈਕਨੀਕਲ ਐਸਪੈਕਟ ਹੈ, ਕੋਰਟਾਂ ਨੇ ਫੈਸਲਾ ਕਰਨਾ ਜੀ ਕਿ ਉਹ ਇਨਵੋਲਵ ਹੈ ਕਿ ਨਹੀਂ। ਕੋਰਟ ਨੇ ਇਹਨਾਂ ਨੂੰ ਰੋਕਿਆ ਗਿਆ ਸੀ ਕਿ ਸੀਲਬੰਦ ਰਿਪੋਰਟ ਜਿਹੜੀ ਹੈਗੀ ਆ ਉਹ ਸਿਰਫ ਕੋਰਟ ਦੇ ਆਰਡਰਾਂ ਤੇ ਖੁੱਲੂਗੀ, ਜਾਂ ਇਹ ਉਦੋਂ ਪਹਿਲਾਂ ਕਾਰਵਾਈ ਨਹੀਂ ਕਰ ਸਕਦੀ? ਇਹ ਟੈਕਨੀਕਲ ਹੈ ਨਾ, ਇਹ ਤੇ ਕੰਟਰੋਵਰਸ਼ੀਅਲ ਹੈ। ਕੈਪਟਨ ਸਾਹਿਬ ਨੇ ਤਾਂ ਪਲੀ ਇਹ ਲਈ ਵੀ ਇਹ ਖੋਲ੍ਹੀ ਨਹੀਂ ਜਾ ਸਕਦੀ। ਹਾਂਜੀ, ਹੁਣ ਉਹ ਰਿਪੋਰਟ ਖੁੱਲ੍ਹ ਗਈ ਜੀ, ਜੇ ਉਦੋਂ ਨਹੀਂ ਸੀ ਖੋਲ੍ਹੀ ਜਾ ਸਕਦੀ ਤੇ ਹੁਣ ਕਿਵੇਂ ਖੁੱਲ੍ਹ ਗਈ? ਹੁਣ ਕਿਵੇਂ ਲੋਕ ਇਹੀ ਇਸੇ ਪੱਖ ਤੋਂ, ਕਿਉਂਕਿ ਇਹਦਾ ਮਤਲਬ ਇਹ ਹੈ ਕਿ ਕੈਪਟਨ ਸਾਹਿਬ ਜਾਣ ਕੇ ਉਸ ਮਾਮਲੇ ਤੇ ਐਕਸ਼ਨ ਨਹੀਂ ਸੀ ਲੈਣਾ ਚਾਹੁੰਦੇ, ਜਿਵੇਂ ਜੋ ਬਾਦਲ ਨਾਲ ਰਲੇ ਹੋਏ ਸੀ। ਨਹੀਂ, ਰਲੇ ਤਾਂ ਓਪਨ ਹੈ ਜੀ, ਉਹਨਾਂ ਦਾ ਰਲੇ ਹੋਣ ਦਾ ਕੋਈ ਰੌਲਾ ਨਹੀਂ ਜੀ, ਉਹ ਬੜਾ ਕਲੀਅਰ ਹੈ। ਉਹਨਾਂ ਨੇ ਕਿਸੇ ਗੱਲ ਤੇ ਵੀ ਹੱਥ ਨਹੀਂ ਪਾਇਆ ਜੀ। ਜੇ ਮੈਂ ਗੱਲ ਕਿਆ ਕਰਦਾ ਕਿ ਇਹਨਾਂ ਨੇ ਤਾਂ ਟਾਈਮ ਟੇਬਲ ਵੀ ਬੱਸਾਂ ਦੇ ਨਹੀਂ ਬਦਲੇ ਜੀ। ਰਾਜਾ ਵੜਿੰਗ ਲਗਾਤਾਰ ਰੌਲਾ ਪਾਉਂਦਾ ਹੈ, ਜੇ ਹੁਣ ਐਕਸ਼ਨ ਹੋ ਸਕਦਾ ਹੈ ਤੇ ਪਹਿਲਾਂ ਕਿਉਂ ਨਹੀਂ ਹੋਇਆ? ਇਹ ਤਾਂ ਫਿਰ ਨਵਜੋਤ ਸਿੰਘ ਸਿੱਧੂ ਵਾਲੀ ਜਿਹੜੀ ਗੱਲ ਹੈ ਜੀ, ਉਹ ਦੋਸ਼ ਲਾਉਂਦੇ ਨੇ ਕਿ 75-25 ਦੀ ਸੀ। ਮੈਂ ਉਹ ਲਫ਼ਜ਼ ਨਹੀਂ ਵਰਤਦਾ, ਠੀਕ ਹੈ ਜੀ, ਉਹਨਾਂ ਦੀ ਅੰਡਰਸਟੈਂਡਿੰਗ ਹੈ ਜੀ, ਔਰ ਅੰਡਰਸਟੈਂਡਿੰਗ 2017 ਦੀ ਇਲੈਕਸ਼ਨ ਤੋਂ ਪਹਿਲਾਂ ਬਣ ਗਈ ਸੀਗੀ ਜੀ, ਚੋਣਾਂ ਤੋਂ ਪਹਿਲਾਂ ਦੀ ਅੰਡਰਸਟੈਂਡਿੰਗ ਹੈ, ਠੀਕ ਹੈ ਜੀ। ਸੋ ਉਹ ਕੰਟੀਨਿਊ ਕਰ ਰਹੀ ਸੀਗੀ ਜੀ। ਉਹਦੇ ਵਿੱਚ ਕੈਪਟਨ ਸਾਹਿਬ ਘੱਟੋ ਘੱਟ ਆਪਣੀ ਸਰਕਾਰ ਤਾਂ ਚਲਾ ਲੈਂਦੇ,
ਮੂੰਹ ਜੱਗ ਵਿਖਾਇਆ ਵਾਸਤੇ ਕੁਝ ਐਕਸ਼ਨ ਕਰ ਦਿੰਦੇ। ਜੀ ਸਭ ਨੂੰ ਪਤਾ ਕਿ ਬੱਸਾਂ ਨਜਾਇਜ਼ ਚੱਲ ਰਹੀਆਂ ਸੀ। ਮੈਂ ਐਗਜ਼ਾਮਪਲ ਇੱਕ ਦਿੰਦਾ। ਜੀ 17 ਦੇ ਵਿੱਚ ਜਦੋਂ ਕਾਂਗਰਸ ਜਿੱਤ ਕੇ ਆ ਗਈ, ਜੀ ਮੋਹਾਲੀ ਫੇਸ 2 ਜੀ ਇਲੀਗਲ ਬੱਸ ਸਟੈਂਡ ਹੈ। ਸਾਰੇ ਪ੍ਰਾਈਵੇਟ ਬੱਸਾਂ, ਲਗਜ਼ਰੀ ਬੱਸਾਂ, ਮਰਸੀਡੀਜ਼, ਵੋਲਵੋ ਉੱਥੋਂ ਚੱਲਦੀਆਂ ਪੰਜਾਬ ਦੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ। ਬਿਲਕੁਲ ਬਿਲਕੁਲ 2 ਫੇਸ ਮਾਲੀ ਤੋਂ ਬਾਦਲ ਪਰਿਵਾਰ ਦੀਆਂ ਬੱਸਾਂ ਵੀ ਉੱਥੋਂ ਚੱਲਦੀਆਂ, ਹੋਰਨਾਂ ਦੀਆਂ ਵੀ ਉੱਥੋਂ ਚੱਲਦੀਆਂ। ਜ਼ਿਆਦਾਤਰ ਬੱਸਾਂ ਤਾਂ ਜਾਂ ਤਾਂ ਜੀ ਬਾਦਲ ਪਰਿਵਾਰ ਦੀਆਂ ਕਈ ਗਾਰਡੀਅਨ, ਲਿਬੜਾ ਸਾਰੀਆਂ ਉੱਥੋਂ ਜਾਂ ਚੱਲਦੀਆਂ। ਜਾਂ ਉਹਨਾਂ ਦੇ ਜਿਹੜੇ ਹੈਗੇ ਨੇ ਮਤਲਬ ਹੋਰ ਵੀ ਹੈ, ਲਿਬੜਾ ਦੀਆਂ ਹੈਗੀਆਂ, ਜੀ ਜੀ ਵੱਡੀਆਂ ਕੰਪਨੀਆਂ। ਕਾਂਗਰਸੀਆਂ ਦੀ ਵੀ ਚੱਲਦੀਆਂ। ਹਾਂ, ਲਗਜ਼ਰੀ ਬੱਸਾਂ ਸਾਰੀਆਂ ਉੱਥੋਂ, ਅਕਾਲੀ ਕਾਂਗਰਸ ਲਗਜ਼ਰੀ ਉੱਥੋਂ ਚੱਲਦੀਆਂ ਸੀ। ਜੀ ਤੇ ਜਦੋਂ ਸਰਕਾਰ ਬਦਲ ਗਈ, ਉਹ ਬੱਸਾਂ ਬੰਦ ਹੋ ਗਈਆਂ ਅੱਛਾ ਜੀ ਤੇ ਸਿਰਫ 2 ਬੱਸਾਂ ਸਵੇਰੇ ਅੰਮ੍ਰਿਤਸਰ ਜਾਇਆ ਕਰਦੀਆਂ ਸੀਗੀਆਂ। ਮੈਂ ਸਵੇਰੇ 5-6 ਬੱਸਾਂ ਇਕੱਠੀਆਂ ਤੁਰਦੀਆਂ ਇੱਥੋਂ, ਜੀ 6 ਤੋਂ 7 ਦੇ ਵਿੱਚ ਅੱਗੇ ਪਿੱਛੇ, 6 ਵਜੇ 3-4 ਇਕੱਠੀਆਂ ਤੁਰਦੀਆਂ ਸੀਗੀਆਂ। ਜੀ ਉਹ 2 ਮਹੀਨੇ ਬੰਦ ਰਹੀਆਂ, 2 ਕਿ 3 ਮਹੀਨੇ। ਇਹਦਾ ਮਤਲਬ ਕਿਤੇ ਗੜਬੜ ਸੀ। ਓਕੇ, ਉਦੋਂ ਤੱਕ ਸਮਝੌਤਾ ਨਹੀਂ ਹੋਇਆ ਸੀ, ਮਤਲਬ ਕੋਈ ਨਹੀਂ, ਉਹ ਵਿਡਰਾ ਕਰ ਲਿਆ ਪ੍ਰੀਕਾਸ਼ਨ। ਓਕੇ ਠੀਕ ਹੈ ਜੀ, ਜੇ ਉਹ ਨਹੀਂ ਚੱਲੀਆਂ ਜੀ ਤੇ ਮੁੜ ਕੇ ਫਿਰ ਚੱਲ ਪਈਆਂ, ਜੀ ਇਹਦਾ ਮਤਲਬ ਕਿਤੇ ਗੜਬੜ ਹੈ। ਜੀ ਜਦੋਂ ਪ੍ਰੋਟੈਕਸ਼ਨ ਉਹਨਾਂ ਨੂੰ ਦੇਖ ਲਿਆ ਵੀ ਠੀਕ ਹੈ ਮਾਹੌਲ, ਜੀ ਉਹ ਫਿਰ ਚੱਲ ਪਈਆਂ। ਜੀ ਸੋ ਮੈਂ ਇੱਕ ਪ੍ਰੈਕਟੀਕਲ ਐਗਜ਼ਾਮਪਲ ਸਾਹਮਣੇ ਜੋ ਦੇਖ ਰਹੇ ਹਾਂ ਉਹ ਦੇ ਰਹੇ ਜੀ ਹਾਂਜੀ, ਇਹ ਸਾਹਮਣੇ ਨਜ਼ਰ ਆ ਰਿਹਾ ਸੀ। ਬਿਲਕੁਲ। ਤੇ ਹੁਣ ਜਾ ਕੇ ਜਦੋਂ ਜਦੋਂ ਕੈਪਟਨ ਅਮਰਿੰਦਰ ਸਿੰਘ ਗੱਦੀਓਂ ਲੈ ਗਏ, ਉਸ ਤੋਂ ਬਾਅਦ ਹੁਣ ਫਿਰ ਹੁਣ ਸ਼ਿਕੰਜਾ ਕੱਸਿਆ ਗਿਆ। ਹਾਂਜੀ, ਸੋ ਇਸ ਕਰਕੇ ਇਹ ਹੁਣ ਕੈਪਟਨ ਸਾਹਿਬ ਜਵਾਬ ਦੇਣ ਵੀ ਉਹਨਾਂ ਨੇ ਜਿਹੜੇ ਬੇਸਿਕ ਲੋਕਾਂ ਨੇ ਪ੍ਰੋਮਿਸ ਕੀਤੇ ਸੀਗੇ ਕਿ ਬਰਗਾੜੀ ਦੇ ਦੋਸ਼ੀ ਫੜਾਂਗੇ। ਡਰੱਗ ਮਾਮਲੇ ਤੇ ਗੁਟਕਾ ਚੱਕ ਕੇ ਸਹੁੰ ਖਾਧੀ ਵੀ ਉਹਨਾਂ ਨੇ ਤਾਂ। ਹਾਂ, ਉਹ ਸਭ ਤੋਂ ਵੱਡਾ ਉਹਨਾਂ ਲਈ, ਮਤਲਬ ਉਹਨਾਂ ਦੇ ਹੀ ਬੰਦੇ ਕਹਿੰਦੇ ਨੇ। ਹਾਂ, ਖਾਸ ਕਰ ਵਿਰੋਧੀ ਤਾਂ ਕਹਿਣ ਕਾਂਗਰਸੀ ਵੀ ਇਹ ਗੱਲ ਕਹਿੰਦੇ ਨੇ, ਕਾਂਗਰਸੀ ਵੀ ਕਹਿੰਦੇ ਆ। ਫਿਰ ਕਹਿੰਦੇ ਨੇ ਜੀ ਪਿਛਲੇ ਦਿਨੀ ਰਵਨੀਤ ਬਿੱਟੂ ਦਾ ਸਟੇਟਮੈਂਟ ਸੀ, ਉਹਨਾਂ ਦੀ ਦੇਖ ਰਹੇ ਸੀ, ਉਹ ਕਹਿੰਦੇ ਜੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਗੱਲ ਹੈ ਤੇ ਪ੍ਰਸ਼ਾਂਤ ਕਿਸ਼ੋਰ ਸਾਨੂੰ ਜੁਮਲੇ ਵੇਚ ਕੇ ਸਾਡੇ ਵੱਡੇ ਵੱਡੇ, ਸਾਡਾ ਚੋਣ ਮੈਨੀਫੈਸਟੋ ਤਾਂ ਪ੍ਰਸ਼ਾਂਤ ਕਿਸ਼ੋਰ ਬਣਾ ਗਿਆ ਸੀ। ਇਹ ਬਣਾਇਆ ਵੀ ਉਸੇ ਨੇ ਸੀ। ਹਾਂ, ਇਹ ਤੇ ਕਹਿੰਦੇ ਵੀ ਸਾਨੂੰ ਸਾਡੇ ਤੋਂ ਪੂਰੇ ਤਾਂ ਹੋਣੇ ਨਹੀਂ ਸੀ, ਇਹ ਤਾਂ ਸਾਰਾ ਇਕੱਲਾ ਉਹਨੇ ਨਹੀਂ ਸੀ ਬਣਾਇਆ, ਤੁਹਾਡੇ ਮਨਪ੍ਰੀਤ ਸਿੰਘ ਬਾਦਲ ਨੇ ਬਣਾਇਆ ਸੀ ਨਾਲ। ਅੱਛਾ ਜੀ। ਮੈਂ ਥੋੜ੍ਹੀ ਜਿਹੀ ਗੱਲ ਸ਼ੇਅਰ ਕਰੂੰਗਾ, ਜਿਹੜਾ ਮੈਨੂੰ ਜ਼ਿਆਦਾ ਨਹੀਂ ਪਤਾ, ਜੀ ਲੇਕਿਨ ਸੁਣਿਆ ਇਹ ਗਿਆ ਸੀਗਾ ਕਿ ਉੱਧਰੋਂ ਫੀਡਬੈਕ ਲੈ ਕੇ ਹਾਂ ਲਿਖਿਆ ਮਨਪ੍ਰੀਤ ਹੋਰਾਂ ਨੇ ਸੀ। ਅੱਛਾ ਜੀ। ਫਿਰ ਤਾਂ ਜੀ ਮਤਲਬ ਇਹ ਪੰਜਾਬ ਕਿਤੇ ਭਰੋਸਾ ਕਰੂਗਾ ਜੀ? ਪੰਜਾਬ ਜਾਊਗਾ ਕਿੱਧਰ ਨੂੰ? ਹਰੇਕ ਹੀ ਮਤਲਬ ਪੰਜਾਬ ਨਾਲ ਧੋਖਾ ਕਰਨ ਵਾਸਤੇ ਸਾਰੇ ਲੀਡਰ ਆਉਂਦੇ ਆ। ਮਤਲਬ ਮੈਨੀਫੈਸਟੋ ਬਣਾਉਣ ਵਾਲਾ ਵਿੱਤ ਮੰਤਰੀ ਦੇ ਵਿੱਚ ਮੁੱਖ ਪਾਰਟ ਸੀ ਕਮੇਟੀ ਦਾ, ਤੇ ਪਰ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਵੀ ਉਹ ਕਿਹਾ ਜਾਂਦਾ, ਉਹਨਾਂ ਤੋਂ ਰਿਲੀਜ਼ ਕਰਵਾਇਆ ਉੱਥੇ ਕਰਾਇਆ। ਕਹਿੰਦਾ ਵੀ ਗਾਈਡਲਾਈਨ ਦੇਖੋ, ਆਪਣੇ ਮਨਪ੍ਰੀਤ ਹੋਰੀ ਡਾਕਟਰ ਮਨਮੋਹਨ ਸਿੰਘ ਦੇ ਭਗਤ ਸੀ ਜੀ। ਫਰੀ ਮਾਰਕੀਟ ਇਕੋਨਮੀ, ਫਰੀ ਮਾਰਕੀਟ ਦਾ ਜਿਹੜਾ ਮਾਡਲ ਹੈ, ਡਾਕਟਰ ਮਨਮੋਹਨ ਸਿੰਘ ਜਦੋਂ ਫਾਈਨੈਂਸ ਮਿਨਿਸਟਰ ਸੀਗੇ ਉਦੋਂ ਲੈ ਕੇ ਆਏ ਸੀ, ਇੰਟਰੋਡਿਊਸ ਹੋਇਆ ਸੀਗਾ। ਤੇ ਮਨਪ੍ਰੀਤ ਬਾਦਲ ਉਸੇ ਮਾਡਲ ਨੂੰ ਮੰਨਦੇ ਆ ਜੀ, ਜਿਹੜਾ ਐਂਟੀ ਪੰਜਾਬ ਹੈ ਆਪਣੇ ਆਪ ਦੇ ਵਿੱਚ। ਇਹ ਜਿਹੜਾ ਕਿਸਾਨੀ ਦਾ ਰੌਲਾ ਪਿਆ ਹੈ ਨਾ, ਇਹ ਉਹੀ ਮਾਡਲ ਹੈ ਜਿਹਨੂੰ ਕਿਸਾਨੀ ਨੇ ਅਪੋਜ਼ ਕੀਤਾ। ਇਹ ਲਾਜ਼ ਉਸੇ ਮਾਡਲ ਚੋਂ ਨਿਕਲੇ ਸੀਗੇ। ਸੋ ਆਪਾਂ ਥੋੜ੍ਹਾ ਡੀਪ ਜਾਈਏ ਨਾ, ਫਿਰ ਤੁਹਾਨੂੰ ਇਹ ਜਿੰਨੇ ਪੋਲੀਟੀਸ਼ੀਅਨ ਅੱਗੇ ਵਿਖਾਵੇ ਕਰਦੇ ਆ, ਇਹ ਐਕਸਪੋਜ਼ ਹੋਣੇ ਸ਼ੁਰੂ ਹੋ ਜਾਣਗੇ। ਇਹ ਪੰਜਾਬ ਦੇਖਣਾ, ਇਹ ਪੰਜਾਬ ਦੇ ਜਿਹੜੀ ਨਵੀਂ ਨੌਜਵਾਨ ਪੀੜ੍ਹੀ ਆਈ ਹੈ ਜੀ, ਨਵਾਂ ਵੋਟਰ ਆਇਆ, 60% ਨਵੀਂ ਯੂਥ ਆ ਗਈ ਹੈ, ਉਹਨਾਂ ਨੂੰ ਇਹ ਪੁਰਾਣੇ ਲੀਡਰਾਂ ਦੇ ਜਿਹੜੇ ਕਿਰਦਾਰ ਨੇ, ਕਿਸ ਤਰ੍ਹਾਂ ਇਹ ਪੰਜਾਬ ਨਾਲ ਧੋਖਾ ਕਰਦੇ ਰਹੇ, ਜਿਹੜੇ ਵੀ ਹੈਗੇ ਨੇ, ਆਪਾਂ ਕਿਸੇ ਵੀ ਪਾਰਟੀ ਦੀ ਹਮਾਇਤ ਨਹੀਂ ਕਰਦੇ ਜਾਂ ਕਿਸੇ ਦੀ ਪੱਖ ਨਹੀਂ ਕਰਦੇ। ਨਹੀਂ, ਮੈਂ ਕਿਸੇ ਪਾਰਟੀ ਜਾਂ ਇੰਡੀਵਿਜੂਅਲ ਦੇ ਬਾਰੇ ਗੱਲ ਨਹੀਂ ਕਰਦਾ। ਇਹਨਾਂ ਨੂੰ ਨੰਗੇ ਕਰਨਾ ਜ਼ਰੂਰੀ ਹੈ ਜੀ। ਪੰਜਾਬੀ ਕਿੱਧਰ ਨੂੰ ਜਾਣ, ਮਤਲਬ ਨਵੇਂ ਵਾਲੇ ਤਾਂ ਹਰੇਕ ਹੀ ਬੰਦਾ ਆ ਕੇ ਉਹ ਕਹਿੰਦਾ ਜੀ ਮੈਂ ਪੰਜਾਬ ਦਾ ਬਦਲ ਦੇਣਾ ਚਾਹੁੰਦਾ। ਅੱਜ ਨਵਜੋਤ ਸਿੰਘ ਸਿੱਧੂ ਦੀ ਜੇ ਆਪਾਂ ਗੱਲ ਕਰੀਏ ਜੀ, ਤਾਂ ਉਹ ਕਹਿੰਦੇ ਮੇਰਾ ਮਾਡਲ ਪੰਜਾਬ ਦਾ ਬਹੁਤ ਵਧੀਆ। ਹੁਣ ਉਹ ਜਿਸ ਤਰ੍ਹਾਂ ਦੀ ਲਹਿਜੇ ਦੇ ਵਿੱਚ ਮਾਡਲ ਲੈ ਕੇ ਆ ਰਹੇ ਨੇ, ਉਹਦੀ ਵੀ ਪੁਣਛਾਣ ਕੀਤੀ ਜਾਵੇ। ਨਹੀਂ, ਤੁਸੀਂ ਕਹੋਗੇ ਅਗਲੀ ਵਾਰੀ ਮੈਂ ਡਾਕੂਮੈਂਟ ਸਾਰੇ ਲਿਆਉਂਗਾ। ਬਿਲਕੁਲ ਜੀ। ਮੈਂ ਇੱਥੇ ਬੈਠ ਕੇ ਤੁਹਾਡੇ ਦਰਸ਼ਕਾਂ ਨੂੰ ਪੜ੍ਹ ਕੇ ਸੁਣਾ ਦੂੰ ਕਿ ਜਦੋਂ 2012 ਦੇ ਵਿੱਚ ਤੋਂ ਪਹਿਲਾਂ ਪੀਪਲਜ਼ ਪਾਰਟੀ ਆਫ ਪੰਜਾਬ ਬਣੀ, ਉਹਦੇ ਵਿੱਚ ਕੀ ਕਿਹਾ ਗਿਆ ਸੀ। ਠੀਕ ਹੈ ਜੀ। ਜਿਹੜਾ ਕਾਂਗਰਸ ਦਾ ਮੈਨੀਫੈਸਟੋ ਸੀ 2017 ਦਾ, ਉਹਦੇ ਵਿੱਚ ਕੀ ਕਿਹਾ ਗਿਆ ਸੀ। ਠੀਕ ਹੈ। ਔਰ ਜੇ ਤੁਸੀਂ ਮਾਡਲ ਦੀ ਗੱਲ ਕਰਨੀ ਹੋਵੇ, ਤੁਸੀਂ ਪੁਰਾਣੇ ਮੈਨੀਫੈਸਟੋ ਅਕਾਲੀ ਦਲ ਦੇ ਚੱਕੋ,
ਠੀਕ ਹੈ ਜੀ ਪੜ੍ਹ ਕੇ ਸਵਾਦ ਆ ਜਾਂਦਾ ਹੈ ਜਿਸ ਢੰਗ ਨਾਲ ਉਹਨਾਂ ਨੇ ਇਸ਼ੂ ਫਰੇਮ ਕੀਤੇ ਜੀ ਵੀ ਪੰਜਾਬ ਵਿੱਚ ਕੀ ਹੋਣਾ ਚਾਹੀਦਾ ਹੈ ਜੀ ਤੇ ਪੰਜਾਬ ਕਿੱਥੇ ਪਹੁੰਚਣਾ ਚਾਹੀਦਾ ਹੈ। ਜੀ ਸੁਣਿਆ ਅਨੰਦਪੁਰ ਸਾਹਿਬ ਦਾ ਮਤਾ, ਠੀਕ ਹੈ ਜੀ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਇਹ ਰੌਲਾ ਤਾਂ ਪੈ ਗਿਆ ਵੀ ਸਿੱਖਾਂ ਦਾ ਬੋਲਬਾਲ ਆ। ਜਿਹੜਾ ਮਾਡਲ ਉਹਨਾਂ ਨੇ ਖੇਤੀ ਤੇ ਇੰਡਸਟਰੀ ਵਾਸਤੇ ਪੇਸ਼ ਕੀਤਾ ਸੀ ਅਸੀਂ ਉਹ ਭੁੱਲ ਜਾਂਦੇ ਹਾਂ। ਅੱਛਾ ਜੀ ਉਹ ਇਨਕਲਾਬੀ ਮਾਡਲ ਸੀ। ਅੱਛਾ ਜੀ ਹਾਂ। ਠੀਕ ਹੈ ਜੀ ਉਹ ਪੜ੍ਹ ਕੇ ਲੱਗਦਾ ਵੀ ਕਿਸੇ ਕਾਰਪੋਰੇਟ ਦਾ ਬਣਾਇਆ ਪਰ ਇਹ ਕਾਗਜ਼ਾਂ ਤੇ ਨਹੀਂ ਰਹਿ ਗਏ ਜੀ ਮਾਡਲ ਸਾਰੇ, ਮਤਲਬ ਮੈਨੀਫੈਸਟੋ ਤੱਕ ਸੀਮਿਤ ਰਹੇ ਕਿ ਇੰਪਲੀਮੈਂਟੇਸ਼ਨ ਵੀ ਹੋਈ? ਇੰਪਲੀਮੈਂਟੇਸ਼ਨ ਨਹੀਂ ਹੁੰਦੀ। ਇਹ ਫਿਰ ਇਹ ਤਾਂ ਸਿਰਫ ਉਹ ਹੈ ਜੀ ਵੀ ਆਪਾਂ ਸ਼ੋਰੂਮ ਦੇ ਵਿੱਚ ਉਹ ਦਿਖਾਤੀ ਮਸ਼ਹੂਰੀ ਤੇ ਲਾਗੂ ਤਾਂ ਕੁਝ ਹੋਣਾ ਨਹੀਂ। ਮੈਨੂੰ ਇਹ ਕਦੇ ਸਮਝ ਨਹੀਂ ਆਈ ਇਹ ਲਾਗੂ ਕਿਉਂ ਨਹੀਂ ਕਰ ਸਕੇ। ਮਸਲਨ 1997 ਤੋਂ ਪਹਿਲਾਂ ਜੋ ਬਾਦਲ ਸਾਹਿਬ ਕਹਿੰਦੇ ਸੀ ਵੀ ਰੋਜ਼ ਹਵਾਈ ਜਹਾਜ਼ ਉੱਠਿਆ ਕਰੂ ਅੰਮ੍ਰਿਤਸਰ ਤੋਂ ਜੀ ਤੇ ਲੰਡਨ ਜਾਇਆ ਕਰੂ ਸਬਜ਼ੀਆਂ ਨਾਲ ਭਰ ਕੇ। ਜੀ ਹੁਣ ਇਹ ਤਾਂ ਕੋਈ ਬਹੁਤਾ ਵੱਡਾ ਕੰਮ ਨਹੀਂ ਸੀ। ਅਸੀਂ ਇਹ ਵੀ ਇੰਪਲੀਮੈਂਟ ਨਹੀਂ ਕਰ ਸਕੇ। ਉਹ ਕਿਤੇ ਜਿਹੜੀ ਹੈ ਨਾ ਵਿਲ, ਉਹ ਨਹੀਂ ਹੈ ਜੀ, ਉਹ ਨਹੀਂ ਹੈ। ਕੁਰਸੀ ਆਉਂਦੇ ਹੀ ਬਦਲ ਜਾਂਦੇ ਨੇ। ਉਹ ਜੇ ਕਮਿਟਮੈਂਟ ਹੋਵੇ ਨਾ ਲੋਕਾਂ ਦੇ ਨਾਲ ਜੀ ਫਿਰ ਇਨਸਾਨ ਕਰਦਾ ਕੰਮ। ਠੀਕ ਹੈ ਜੀ ਜੇ ਪ੍ਰੋ ਪੀਪਲ ਤੇ ਪ੍ਰੋ ਪੰਜਾਬ ਉਹ ਜੇ ਕਮਿਟਮੈਂਟ ਨਹੀਂ ਹੈ ਲੀਡਰ ਦੀ, ਜੀ ਵਿਖਾਵਾ ਹੀ ਹੈ। ਜੀ ਕਹਿਣ ਦੇ ਵਿੱਚ ਤਾਂ ਕਮਿਟਮੈਂਟ ਸਾਰੀ ਹੁੰਦੀ ਹੈ, ਜੀ ਲਿਖਤੀ ਵੀ ਹੋ ਜਾਂਦੀ ਹੈ, ਐਕਸ਼ਨ 'ਚ ਨਹੀਂ ਹੁੰਦੀ। ਇਹਦਾ ਮਤਲਬ ਇਹ ਹੈ ਕਿ ਕਿਤੇ ਘਾਟ ਹੈਗੀ ਹੈ ਕਮਿਟਮੈਂਟ ਦੇ ਵਿੱਚ। ਕਿਉਂਕਿ ਨਵਜੋਤ ਸਿੱਧੂ ਲਗਾਤਾਰ ਜ਼ੋਰ ਦੇ ਰਹੇ ਨੇ ਕਿ ਮੇਰਾ ਪੰਜਾਬ ਮਾਡਲ, ਮੈਂ ਐਗਰੀਕਲਚਰ 'ਚ ਆਹ ਕਰੂੰ, ਮੈਂ ਨੌਕਰੀਆਂ ਇੱਥੋਂ ਪੈਦਾ ਕਰੂੰ, ਰੇਤੇ 'ਚੋਂ ਇੰਨੇ ਪੈਸੇ ਕਮਾਵਾਂਗੇ, ਇੱਥੋਂ ਕਰਾਂਗੇ। ਮੈਂ ਸਾਰੇ ਡਾਕੂਮੈਂਟ ਦੇ ਦਿੰਦਾ ਜੀ ਜਿਹੜੇ ਸਾਰੇ ਮਾਡਲ ਹੀ ਪਏ। ਅਸੀਂ ਅਗਲੇ ਸ਼ੋਅ ਦੇ ਵਿੱਚ ਸਰ ਸਾਡੀ ਕੋਸ਼ਿਸ਼ ਹੋਊਗੀ ਆਪਾਂ ਸਾਰੇ ਇਹ ਪੰਜਾਬੀਆਂ ਦੇ ਸਾਹਮਣੇ, ਤੁਹਾਡੇ ਕੋਲ ਤਾਂ ਬਹੁਤ ਹੀ ਜ਼ਿਆਦਾ ਖਜ਼ਾਨਾ ਪਿਆ, ਤੁਸੀਂ ਪੰਜਾਬ ਦੀ ਹਰ ਇੱਕ ਉਹ ਇਤਿਹਾਸ ਨੂੰ ਜਾਂ ਉਸ ਸਿਆਸਤ ਨਾਲ ਜੁੜੇ ਪਹਿਲੂ ਨੂੰ ਸਾਂਭੀ ਬੈਠੇ ਹੋ। ਮੈਂ ਲੋਕਾਂ ਨੂੰ ਚਾਹੂੰਗਾ ਕਿ ਉਹਨਾਂ ਨੂੰ ਪਤਾ ਲੱਗੇ ਕਿ ਪਹਿਲਾਂ ਕੀ ਹੁੰਦਾ ਰਿਹਾ, ਜੀ ਡਾਕੂਮੈਂਟਸ ਕੀ ਕਹਿੰਦੇ ਰਹੇ ਹੈ ਜੀ ਤੇ ਇਹ ਲੋਕ ਕੀ ਕਰਦੇ ਰਹੇ। ਕੀ ਕਰਦੇ ਅਸੀਂ ਇਹਦੇ ਸੀਰੀਜ਼ ਵਾਈਜ਼ ਚਲਾਵਾਂਗੇ ਜੀ ਆਪਾਂ। ਮਤਲਬ ਤੁਸੀਂ ਆਪਾਂ ਇਹਦੇ ਬਾਰੇ ਸੰਵਾਦਕ ਜੀ ਨਾਲ ਪਲਾਨ ਕਰਕੇ ਇਹਨੂੰ ਅਗਲੇ ਵਾਰੀ ਲੋਕਾਂ ਦੇ ਚਿਹਰੇ, ਆਪਾਂ ਲੀਡਰਾਂ ਦੇ ਚਿਹਰੇ ਦੱਸੀਏ ਸੀ, ਇਹਨਾਂ ਦੇ ਕਿਰਦਾਰ ਕਿਸ ਤਰ੍ਹਾਂ ਦੇ ਸੀ ਜੀ। ਨਹੀਂ, ਮੈਂ ਰਿਕਾਰਡ ਦੀ ਬੇਸਿਸ ਤੇ ਗੱਲ ਕਰੂੰਗਾ ਜੀ ਮੈਂ ਕਿਸੇ ਤੇ ਤੋਮਤ ਬਿਲਕੁਲ ਜੀ। ਸਾਡਾ personal ਬਿਲਕੁਲ ਪੱਤਰਕਾਰ, ਸਾਡਾ ਪ੍ਰਾਈਮ ਏਸ਼ੀਆ ਦਾ ਸਰ ਇਹੀ ਰਹਿੰਦਾ ਹੈ ਏਜੰਡਾ ਕਿ ਅਸੀਂ ਲੋਕਾਂ ਦੀ ਗੱਲ ਕਰੀਏ ਫੈਕਟ ਤੇ ਫਾਈਂਡਿੰਗ ਦੇ ਉੱਤੇ। ਮੈਂ ਲੋਕਾਂ ਦੇ ਹਿੱਤਾਂ ਦੀ ਗੱਲ ਕਰੂੰਗਾ ਜੀ ਤੇ ਉਸ ਕੰਟੈਕਸਟ ਦੇ ਵਿੱਚ ਕਿਹੜੇ ਲੀਡਰ ਦਾ ਕੀ ਰੋਲ ਰਿਹਾ ਹੈ ਜੀ ਉਹ ਮੈਂ ਸਾਹਮਣੇ ਲਿਆਉਣਾ ਚਾਹੂੰਗਾ ਤੇ ਸਿਰਫ ਡਾਕੂਮੈਂਟਸ ਦੀ ਬੇਸਿਸ ਤੇ। ਬਿਲਕੁਲ ਸਰ, ਬਿਲਕੁਲ ਅਗਲੀ ਵਾਰ ਅਸੀਂ ਇਹਦੇ ਉੱਤੇ ਵਿਚਾਰ ਜ਼ਰੂਰ ਚਰਚਾ ਕਰਾਂਗੇ ਜੀ। ਤੇ ਜਾਂਦੇ ਜਾਂਦੇ ਸਰ ਸਵਾਲ ਉੱਥੇ ਹੀ ਪੰਜਾਬ ਦੀ ਸਿਆਸਤ ਦੇ ਆ ਜਾਂਦਾ ਹੈ ਘੁੰਮਦੇ ਘਮਾਉਂਦੇ। ਇੱਧਰ ਜੇ ਆਪਾਂ ਦੇਖੀਏ ਕਿ ਰਾਹੁਲ ਗਾਂਧੀ ਨੇ ਵੀ ਰੈਲੀ ਰੱਖ ਲਈ ਸੀ 3 ਤਰੀਕ, ਕਹਿੰਦੇ ਕਾਂਗਰਸ ਪਾਰਟੀ ਰੈਲੀ ਕਰਨ ਲੱਗੀ ਸੀ, 5 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਸੀ ਪੰਜਾਬ ਦੀ ਸਿਆਸੀ। ਮੈਨੂੰ ਦੇਖੋ ਰਾਹੁਲ ਗਾਂਧੀ ਜੀ ਬੜੇ ਵਧੀਆ ਲੀਡਰ ਲੱਗਦੇ। ਹੁਣ ਤੱਕ ਨਹੀਂ ਸੀ ਮੰਨਦਾ। ਜੀ 3 ਤਰੀਕ ਅਖਬਾਰਾਂ 'ਚ ਛਪ ਗਿਆ ਕਿ ਰਾਹੁਲ ਜੀ ਰੈਲੀ ਕਰ ਰਹੇ ਆ। ਜੀ ਉਹ ਸਡਨਲੀ ਪਤਾ ਲੱਗਾ ਵੀ ਉਹ ਤਾਂ ਇਟਲੀ ਚਲੇ ਗਏ। ਹਾਂ, ਇਹ ਕੀ ਚੱਕਰ ਵਰਤ ਗਿਆ ਜੀ? ਉਹਨਾਂ ਨੂੰ ਲੱਗਦਾ ਵੀ ਇਲੈਕਸ਼ਨ ਤਾਂ ਕੁਝ ਵੀ ਨਹੀਂ, ਜੀ ਵੀ ਆਪਣੇ ਲਾਈਫ ਆਰਾਮ ਨਾਲ ਜਿਉਵੋ। ਜੀ ਉਹ ਤਾਂ ਕਹਿੰਦੇ ਨਾਨਕੇ ਚਲੇ ਗਏ। ਉਹ ਜਵਾਕ ਅੱਗੇ ਨਾ ਛੋਟੇ, ਅਸੀਂ ਛੋਟੇ ਹੁੰਦੇ ਵੀ ਨਾਨਕੇ ਚਲੇ ਜਾਂਦੇ ਸੀਗੇ ਜੀ ਛੁੱਟੀਆਂ ਕੱਟਣ। ਜੋ ਸਕੂਲਾਂ ਛੁੱਟੀਆਂ ਹੋਣੀਆਂ ਬੱਚੇ ਨਾਨਕੇ ਚਲੇ ਜਾਂਦੇ ਸੀ। ਹੁਣ ਰਾਹੁਲ ਗਾਂਧੀ ਕਿਹੜੀ ਛੁੱਟੀ ਕੱਟਣ ਨਾਨਕੇ ਗਏ ਅੱਜ ਕੱਲ੍ਹ? ਦੇਖੋ ਕਿੰਨੇ ਰਾਜਾਂ 'ਚ ਚੋਣਾਂ ਨੇ? ਬੀਜੇਪੀ ਦੀ ਇੱਕ ਸਿਫਤ ਹੈ, ਜੀ ਇਹ ਸਿਫਤ ਬਾਦਲ ਪਰਿਵਾਰ ਦੇ ਵਿੱਚ ਵੀ ਹੈ। ਜੀ ਫੁੱਲ ਟਾਈਮ ਸਿਆਸਤ ਦੇ ਵਿੱਚ ਜਿਹੜੇ ਲੋਕ ਹੁੰਦੇ ਆ ਜੀ ਉਹ 24 ਘੰਟੇ ਇੱਥੇ ਹੀ ਕੰਸਨਟਰੇਟ ਕਰਦੇ ਆ। ਜੀ ਰਾਹੁਲ ਗਾਂਧੀ ਨੇ ਹੁਣ ਫਾਈਨਲੀ ਪ੍ਰੂਵ ਕਰਤਾ ਕਿ ਜਦ ਕਿ ਕ੍ਰੂਸ਼ਲ ਇਲੈਕਸ਼ਨ ਪੰਜਾਬ ਦੇ ਸਾਹਮਣੇ ਹੈ ਉਹ ਆਰਾਮ ਨਾਲ ਬੇਫਿਕਰ ਹੋ ਕੇ ਨਾਨਕੇ ਚਲੇ ਗਏ। ਇੱਥੇ ਪੰਜਾਬ ਦੇ ਲੀਡਰ ਮੇਰੇ ਨਾਲ ਕਈ ਕਾਂਗਰਸ ਦੇ ਗੱਲਬਾਤ ਕਰਦੇ ਸੀ, ਘੁਸਰ ਮੁਸਰ ਕਰਦੇ ਰਹਿੰਦੇ ਨੇ, ਸਾਡੇ ਕੋਲ ਤਾਂ ਜ਼ਿਕਰ ਕਰ ਲੈਂਦੇ, ਕਹਿੰਦੇ ਯਾਰ ਅਸੀਂ ਤਾਂ ਟੈਂਟ ਵਾਲੇ ਨੂੰ ਸਾਈ ਵੀ ਦੇਤੀ ਸੀ। ਇਹਦਾ ਮਤਲਬ ਇਹਨਾਂ ਦੀ ਪ੍ਰਾਇਰਟੀ ਕੋਈ ਨਹੀਂ, ਨਾਨ ਸੀਰੀਅਸ ਲੀਡਰ ਹੈ। ਕਾਂਗਰਸ ਦੀ ਸਮੱਸਿਆ ਹੀ ਇਹੀ ਹੈ। ਮੇਰੇ ਖਿਆਲ 'ਚ ਕਾਂਗਰਸ ਨੂੰ ਚਾਹੀਦਾ ਹੈ ਕਿ ਹੁਣ ਅਲਟੀਮੇਟਲੀ ਗਾਂਧੀ ਪਰਿਵਾਰ ਇਹਨਾਂ ਨੂੰ ਸਿਰੇ ਨਹੀਂ ਲਾ ਸਕਦਾ। ਇਹ ਗੱਲ ਵਾਰ-ਵਾਰ ਉੱਠੀ ਹੈ। ABC ਕਿਸੇ ਨੂੰ ਵੀ ਲਿਆਓ। ਹੁਣ ਰਾਹੁਲ ਗਾਂਧੀ ਨੇ ਪ੍ਰੂਵ ਕਰਤਾ ਕਿ ਭਾਈ ਮੇਰਾ ਕੋਈ ਇੰਟਰਸਟ ਨਹੀਂ। ਬਿਲਕੁਲ ਜੀ। ਉਹ ਉੱਥੇ ਵੀ ਇੱਕ ਗਾਂਧੀ ਪਰਿਵਾਰ 'ਚ ਵੀ ਜਿਹੜੀ ਪੋਲਿਟਿਕਸ ਚੱਲ ਨੂੰ ਦੇਖਣ ਨੂੰ ਮਿਲ ਰਹੀ ਹੈ ਜੀ ਚਰਚਾ ਦੇ ਵਿੱਚ, ਕਿ ਪ੍ਰਿਅੰਕਾ ਗਾਂਧੀ ਤੇ ਉਸ ਪਰਿਵਾਰ ਦੇ ਵਿੱਚ ਵੀ, ਜਿਵੇਂ ਕਿ ਬਾਦਲ ਪਰਿਵਾਰ 'ਚ ਵੀ ਆਪਾਂ ਪਹਿਲਾਂ ਦੇਖਦੇ ਸੀ ਸਾਰੇ, ਉਧਰ ਅਖਿਲੇਸ਼ ਯਾਦਵ ਹੋਰਾਂ ਦਾ ਵੀ ਆਪਾਂ ਦੇਖਿਆ, ਉਹ ਯੂਪੀ ਦੀ ਗੱਲ ਕਰੀਏ ਜਾਂ ਹੋਰਾਂ ਦਾ, ਇਹ ਜਿਹੜੀ ਪਰਿਵਾਰਾਂ ਦੀ ਸਿਆਸਤ ਦੇ ਵਿੱਚ ਆਪਸ ਵਿੱਚ ਵੀ ਇੱਕ ਦੂਜੇ ਨਾਲ ਜਿਹੜੀ ਹੈਗੀ ਆ ਕੁਰਸੀ ਦੀ ਦੌੜ ਚੱਲਦੀ ਰਹਿੰਦੀ ਹੈ। ਨਹੀਂ, ਜਿਹੜੀ ਹੁੰਦੀਆਂ ਖੇਤਰੀ ਪਾਰਟੀਆਂ ਉਹਨਾਂ ਦੇ ਵਿੱਚ ਤਾਂ ਚਲੋ ਜਿਹੜੀ ਫੈਮਿਲੀ ਅਫੇਅਰ ਆ ਗਈ, ਅਕਾਲੀ ਦਲ ਦੇ ਵਿੱਚ ਨਹੀਂ ਸੀ ਹੋਣੀ ਚਾਹੀਦੀ, ਇੱਥੇ ਵੀ ਆ ਗਈ। ਅਕਾਲੀ ਦਲ ਤਾਂ ਇਤਿਹਾਸਕ ਪਾਰਟੀ ਹੈ ਤੇ ਕਾਂਗਰਸ ਤਾਂ ਨੈਸ਼ਨਲ ਪਾਰਟੀ ਸੀ। ਇਹਨਾਂ ਨੂੰ ਹੁਣ ਜਿਹੜੇ ਪਰਿਵਾਰਵਾਦ ਹੈ,
ਪਾਰਟੀ ਨੂੰ ਚਾਹੀਦਾ ਕਿ ਇਹਦੇ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢੇ। ਪਰਿਵਾਰ ਨੇ ਆਪਣੇ ਆਪ ਨੂੰ ਬਾਹਰ ਨਹੀਂ ਕੱਢਣਾ, ਪਾਰਟੀ ਆਪਣੇ ਆਪ ਨੂੰ ਬਾਹਰ ਕੱਢੇ, ਤਾਂ ਇਹ ਪਾਰਟੀ ਮੇਰੇ ਖਿਆਲ 'ਚ ਰਿਵਾਈਵ ਹੋ ਸਕਦੀ ਹੈ। ਅਤੇ ਹੁਣ ਰਾਹੁਲ ਗਾਂਧੀ ਦਾ ਹੁਣ ਦਾ ਕਿਰਦਾਰ ਐਗਜ਼ਾਮਪਲ ਹੈ ਕਿ ਇਹਨਾਂ ਦਾ ਸਿਆਸਤ ਦੇ ਵਿੱਚ ਕੋਈ ਦਿਲਚਸਪੀ ਹੈ ਹੀ ਨਹੀਂ। ਕਿਉਂਕਿ ਇੱਕ ਪਾਸੇ ਜੰਗ ਲੱਗੀ ਹੋਵੇ, ਦੂਜੇ ਪਾਸੇ ਫੌਜੀ ਛੁੱਟੀ ਤੇ ਲੈ ਜੇ ਕਮਾਂਡਰ, ਫਿਰ ਤਾਂ ਕੰਮ ਨਹੀਂ, ਖਰਾਬ। ਕਮਾਂਡਰ ਛੁੱਟੀ ਲੈ ਗਿਆ। ਹਾਂਜੀ, ਫੌਜ ਕੀ ਕਰੇਗੀ? ਤੇ ਫਿਰ ਨਵਜੋਤ ਸਿੰਘ ਸਿੱਧੂ ਕਿਹੜੇ ਮਾਡਲ ਦੀ ਗੱਲ ਕਿਵੇਂ ਲਾਗੂ ਕਰ ਪਾਉਣਗੇ ਜਿਹੜਾ ਮਾਡਲ ਦੀ ਗੱਲ ਕਰਦੇ ਨੇ? ਮਤਲਬ ਸਰ ਪੰਜਾਬ ਨਾਲ ਤਾਂ ਇੱਕ ਤਰ੍ਹਾਂ ਨਾਲ ਜੁਮਲੇ ਵਾਲੀ ਗੱਲਬਾਤ ਚੱਲ ਰਹੀ। ਪੰਜਾਬ ਨੇ ਆਪਣੀ ਲੜਾਈ ਆਪ ਲੜਨੀ ਹੈ ਜੀ, ਬਿਲਕੁਲ। ਉਹਦੇ 'ਚ ਨਾ ਤਾਂ ਨਰਿੰਦਰ ਮੋਦੀ ਇਹਨਾਂ ਦੇ ਕੰਮ ਆਉਣਗੇ, ਨਾ ਕੋਈ ਰਾਹੁਲ ਗਾਂਧੀ ਇਹਨਾਂ ਦੇ ਕੰਮ ਆਏਗਾ। ਇਹ ਪੰਜਾਬ ਹਮੇਸ਼ਾ ਖੁਦ ਹੀ ਲੜਾਈ ਆਪਣੀ ਲੜਦਾ ਰਿਹਾ ਇਤਿਹਾਸਕ ਤੌਰ 'ਤੇ। ਫਿਰ ਪੁਰਾਣਾ ਇਤਿਹਾਸ ਚੱਕੀਏ, ਇੱਥੇ ਲੋਕਾਂ ਨੇ ਲੜਾਈ ਆਪਣੀ ਆਪਣੇ ਆਪ ਹੀ ਲੜੀ ਹੈ ਅਤੇ ਜਿੱਤੇ ਹੈ। ਬਿਲਕੁਲ ਜੀ, ਹੁਣ ਵੀ ਜਿੱਤਣਗੇ, ਲੜਾਈ ਖੁਦ ਲੜਨਾ ਆਪਣੀ। ਤੇ ਸਰ ਇੱਕ ਮੇਰਾ ਆਖਰੀ ਸਵਾਲ ਹੈ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੱਲ੍ਹ 100 ਦਿਨ ਦਾ ਰਿਪੋਰਟ ਕਾਰਡ ਪੇਸ਼ ਕੀਤਾ ਆਪਣਾ। ਉਹ ਕਹਿੰਦੇ ਨੇ ਜੀ ਮੈਂ ਆਹ ਵਾਅਦੇ ਕੀਤੇ ਸੀ, ਮੈਂ ਸਾਰੇ ਪੂਰੇ ਕਰਤੇ। ਹੁਣ ਤੁਸੀਂ ਉਹਨਾਂ ਦੇ 3 ਮਹੀਨਿਆਂ ਦੀ ਕਾਰਗੁਜ਼ਾਰੀ ਜੋ ਕਿਵੇਂ ਦੇਖਦੇ ਹੋ ਜਾਂਦੇ ਜਾਂਦੇ? ਨਹੀਂ, ਉਹ ਤਾਂ ਲਗਾਤਾਰ ਮਤਲਬ ਜਿਹੜਾ ਪਿਛਲੀ ਸੀ ਨਾ 4.5 ਸਾਲ ਦੀ ਕਾਰਗੁਜ਼ਾਰੀ ਨਾ ਕਹੋ ਵੀ ਜਿਹੜੇ ਕੰਮ ਨਹੀਂ ਹੋਇਆ, ਨਾਨ ਪਰਫਾਰਮੈਂਸ ਮੈਨੂੰ ਪੰਜਾਬੀ 'ਚ ਨਹੀਂ ਕਹਿਣਾ ਆਉਂਦਾ ਕੀ ਹੁੰਦਾ, ਉਹ ਕਾਊਂਟਰ ਕਰਨ ਲੱਗੇ ਹੋਏ ਆ ਵੀ ਆਹ ਵੀ ਕਰ ਦਿਓ, ਆਹ ਵੀ ਕਰ ਦਿਓ, ਆਹ ਵੀ ਕਰ ਦਿਓ। ਫਾਸਟ ਫਾਰਵਰਡ ਹੈ, ਲੇਕਿਨ ਹੁੰਦਾ ਕਈ ਵਾਰੀ ਇਹ ਹੈ ਕਿ ਜਦੋਂ ਅਖੀਰਲੇ ਦਿਨ ਹੋਣ ਨਾ, ਉਹਦਾ ਪੋਲੀਟੀਕਲ ਇੰਪੈਕਟ ਕਈ ਵਾਰੀ ਬਹੁਤਾ ਨਹੀਂ ਹੁੰਦਾ ਇਸ਼ੂਜ਼ ਦਾ। ਕੰਮ ਕਰ ਰਹੇ ਆ ਕਿਉਂਕਿ 36,000 ਮੁਲਾਜ਼ਮਾਂ ਦਾ ਪੱਕੇ ਕਰਨ ਦਾ ਇਹਨਾਂ ਨੇ ਵਾਅਦਾ ਕਰਕੇ ਬੋਰਡ ਵੀ ਲੱਗੇ ਪੰਜਾਬ 'ਚ ਵੱਡੇ ਵੱਡੇ, ਲੋਕਾਂ ਨੂੰ ਕ੍ਰੈਡਿਟ ਵੀ ਲੈਣ ਦਾ ਚੱਲ ਪਿਆ ਬਾਰ ਜਿਹੜੀ ਸੀ। ਪਰ ਕੱਲ੍ਹ ਇਹਨਾਂ ਨੇ ਕਿਹਾ ਕਿ 36,000 ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਫਾਈਲ ਤਾਂ ਰਾਜਪਾਲ ਨੇ ਰੋਕੀ ਹੋਈ ਹੈ, ਭਾਜਪਾ। ਹਾਂ, ਤਾਂ ਲੜਾਈ ਇਹਨਾਂ ਨੂੰ ਇਹ ਲੜਨੀ ਚਾਹੀਦੀ ਸੀ ਨਾ। ਇੱਥੇ ਸਿਆਸੀ ਤੌਰ 'ਤੇ ਚੰਨੀ ਜੀ ਇੱਥੇ ਗਲਤੀ ਕਰ ਗਏ। ਜਿਹੜੀ ਗੱਲ ਇਹਨਾਂ ਨੇ ਕੱਲ੍ਹ ਕੀਤੀ ਹੈ, ਇਹ ਲੜਾਈ ਹਫ਼ਤਾ ਪਹਿਲਾਂ ਇਹਨਾਂ ਨੂੰ ਸ਼ੁਰੂ ਕਰ ਦੇਣੀ ਚਾਹੀਦੀ ਸੀ। ਇਹ ਪੋਲੀਟੀਕਲ ਫਾਈਟ ਹੈ। ਕਾਂਗਰਸ ਬੀਜੇਪੀ ਦੇ ਇੱਥੇ ਹੀ ਖਤਮ ਹੋ ਜਾਂਦੀ ਸੀ ਆ ਕੇ ਇਸੇ ਇਸ਼ੂ 'ਤੇ। ਹੁਣ ਵੀ ਮੇਰੇ ਖਿਆਲ ਦੇ ਵਿੱਚ ਕਾਂਗਰਸ ਨੂੰ ਅਗਲੇ 24 ਘੰਟੇ ਦੇ ਵਿੱਚ ਪੂਰਾ ਥਰਸਟ ਇਸ ਗੱਲ 'ਤੇ ਲਾਉਣਾ ਚਾਹੀਦਾ ਕਿ ਸਾਡੀ ਲੜਾਈ ਇਸ ਵੇਲੇ ਕਿਹਦੇ ਨਾਲ ਹੈ। ਪਰ ਇਹ ਲੜਾਈ ਤਾਂ ਆਪਸ ਵਿੱਚ ਹੀ ਲੜੀ ਜਾਂਦੀ ਹੈ ਜੀ। ਦੇਖਣ ਨੂੰ ਇਹ ਮੰਤਰੀਆਂ ਦੇ ਜਿਹੜੇ ਹਲਕੇ ਨੇ, ਉੱਥੋਂ ਲੈ ਕੇ ਨਵਜੋਤ ਸਿੰਘ ਸਿੱਧੂ ਜਦੋਂ ਪ੍ਰਧਾਨ ਦੇ ਤੌਰ 'ਤੇ ਰੈਲੀ ਕਰਦੇ ਨੇ, ਉਹ ਕਹਿੰਦੇ ਜੀ ਇਹਨੂੰ ਆਪਦੀ ਸੀਟ 'ਤੇ ਲੜਨਾ ਚਾਹੀਦਾ। ਉਹ ਤ੍ਰਿਪਤ ਬਾਜਵਾ ਹੋਰ ਜਿਹੜੇ ਕੈਬਨਿਟ ਮੰਤਰੀ ਨੇ, ਉਹਨਾਂ ਦੇ ਲਈ ਜਿਹੜੀ ਉਹਨਾਂ ਦੀ ਸ਼ਬਦਾਵਲੀ ਸੀ ਬੜੀ ਤਿੱਖੀ ਸੀ ਲਹਿਜੇ ਦੇ ਵਿੱਚ। ਉਹ ਇਸ ਗੱਲ ਕਰਦੇ ਜੇ ਕੋਈ ਬੰਦਾ ਆਪਦੇ ਹਲਕੇ 'ਚ 5 ਸਾਲ ਨਹੀਂ ਕੰਮ ਕਰ ਸਕਿਆ ਮੰਤਰੀ ਰਹਿ ਕੇ, ਹੁਣ ਦੂਜੇ ਦੇ ਹਲਕੇ 'ਚ ਜਾ ਰਿਹਾ ਵੀ ਭਾਈ ਤੂੰ ਜਵਾਬ ਦੇ। ਮਤਲਬ ਉਹ ਸੀਟਾਂ ਆਪ ਹੀ ਅਨਾਊਂਸ ਕਰੀ ਜਾਂਦੇ ਆ। ਉਹ ਧੜੇਬੰਦੀ ਕਿਸੇ ਮਨਪ੍ਰੀਤ ਬਾਦਲ ਇੱਧਰ ਨੇ, ਨਵਜੋਤ ਸਿੰਘ ਸਿੱਧੂ ਇੱਧਰ ਨੇ, ਚਰਨਜੀਤ ਚੰਨੀ ਇੱਧਰ ਚੱਲ ਰਹੇ ਨੇ। ਕਿਸੇ ਵੀ ਕੋਆਰਡੀਨੇਸ਼ਨ ਦਾ ਜਿਹੜਾ ਰੌਲਾ ਪੈ ਰਿਹਾ ਸੀਟਾਂ ਨੂੰ ਲੈ ਕੇ, ਉਹ ਤਾਂ ਹੈ ਹੀ ਨਹੀਂ ਜੀ। ਨਹੀਂ, 4-5 ਮੰਤਰੀ ਇਕੱਠੇ ਆਪਦੇ ਪਾਰਟੀ ਦੇ ਪ੍ਰਧਾਨ ਦੇ ਖਿਲਾਫ ਮੋਰਚਾ ਖੋਲ੍ਹ ਦੇਣ ਜੀ, ਉਹ ਵੀ ਇਲੈਕਸ਼ਨ ਤੋਂ ਮਹੀਨਾ ਪਹਿਲਾਂ ਜੀ, ਉਸ ਪਾਰਟੀ ਦਾ ਕੀ ਹਾਲ ਹੋਏਗਾ? ਪਹਿਲਾਂ ਮੁੱਖ ਮੰਤਰੀ ਦੇ ਖਿਲਾਫ ਖੋਲ੍ਹ ਕੇ ਬੈਠ ਕੇ ਜੀ, ਉੱਥੋਂ ਵੀ ਨਹੀਂ। ਉਹੀ ਮੰਤਰੀ। ਸੋ ਇਹਨਾਂ ਤੋਂ ਪਾਰਟੀ ਸੰਭਲ ਹੀ ਨਹੀਂ ਰਹੀ ਮੇਰੇ ਖਿਆਲ ਦੇ ਵਿੱਚ। ਮਾਡਲ ਹੋਵੇ ਨਾ ਹੋਵੇ ਇਹ ਮੈਟਰ ਨਹੀਂ ਕਰਦਾ, ਪਰ ਤੁਸੀਂ ਪਹਿਲਾਂ ਤਾਂ ਆਪਣਾ ਮਾਡਲ ਤਾਂ ਬਣਾ ਲਓ। ਤੁਸੀਂ ਪਰਸੈਪਸ਼ਨ ਪੰਜਾਬ ਦੇ ਵਿੱਚ ਕੀ ਕ੍ਰੀਏਟ ਕਰ ਰਹੇ ਹੈ? ਪਰਸੈਪਸ਼ਨ ਇਹ ਕ੍ਰੀਏਟ ਕਰ ਰਹੇ ਹੈ ਕਿ ਕਾਂਗਰਸ ਦੀ ਲੜਾਈ ਆਪਸ ਦੇ ਵਿੱਚ ਹੈ, ਨਾ ਕਿ ਵਿਰੋਧੀਆਂ ਨਾਲ। ਬਿਲਕੁਲ, ਅੱਜ ਦੀ ਸਿਚੁਏਸ਼ਨ ਦੇ ਵਿੱਚ ਇਮੇਜ ਲੋਕਾਂ ਦੇ ਵਿੱਚ ਇਹ ਗਿਆ ਹੈ ਕਿ ਇਹ ਤਾਂ ਆਪਸ 'ਚ ਲੜੀ ਜਾਂਦੇ, ਇਹ ਆਪਸ ਇੱਕ ਦੂਜੇ ਨੂੰ ਹਰਾਉਣ ਤੇ ਲੱਗੇ ਹੋਏ ਨੇ ਜੀ। ਮਤਲਬ ਪਾਰਟੀ ਦਾ ਤਾਂ ਇੱਥੋਂ ਹੀ ਮਾਡਲ ਪਤਾ ਲੱਗ ਗਿਆ। ਜੇ ਤੁਸੀਂ ਉਹਦੀ ਪਾਰਟੀ ਦਾ ਮਾਡਲ ਨਹੀਂ, ਤੁਸੀਂ ਪੰਜਾਬ ਨੂੰ ਕਿਹੜਾ ਮਾਡਲ? ਅਸਲੀ ਮਾਡਲ ਇਹਨਾਂ ਦਾ ਇਹ ਹੈ, ਇਹ ਆਪਸ ਦੇ ਵਿੱਚ ਇੱਕ ਦੂਜੇ ਨੂੰ ਠੇਬੀ ਲਾਉਣ ਲੱਗੇ ਹੋਏ ਆ ਤੇ ਪੰਜਾਬ ਦਾ ਭਲਾ ਕੀ ਕਰਨਗੇ। ਸਰ ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਾਨੂੰ ਕਾਫੀ ਸਮਾਂ ਦਿੱਤਾ ਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਲੋਕਾਂ ਨੂੰ ਸਮਝਾਈ ਕਿਸ ਤਰ੍ਹਾਂ ਨੇ। ਅਗਲੀ ਵਾਰ ਅਸੀਂ ਕੋਸ਼ਿਸ਼ ਕਰਾਂਗੇ ਕਿ ਨਵੇਂ ਪ੍ਰੋਗਰਾਮ ਦੇ ਵਿੱਚ ਨਵੀਂ ਜਾਣਕਾਰੀ ਤੁਹਾਡੇ ਤੋਂ ਲਈਏ। ਤੁਹਾਡੇ ਕੋਲ ਬਹੁਤ ਜ਼ਿਆਦਾ ਪੰਜਾਬ ਦਾ ਇਤਿਹਾਸ ਪਿਆ, ਮੁੱਦਿਆਂ ਦਾ ਇਤਿਹਾਸ ਪਿਆ। ਧੰਨਵਾਦ ਸਰ ਤੁਹਾਡਾ ਬਹੁਤ ਬਹੁਤ। ਤੇ ਇਹ ਸਨ ਸਰਦਾਰ ਜਗਤਾਰ ਸਿੰਘ ਜੀ, ਜਿਹੜੇ ਕਿ ਪੰਜਾਬ ਦੀ ਬਹੁਤ ਸਮਝ ਰੱਖਦੇ ਨੇ। ਪੰਜਾਬ ਦੇ ਪੁਰਾਣੇ ਦਹਾਕਿਆਂ ਤੋਂ ਇਹਨਾਂ ਨੇ ਇਤਿਹਾਸ ਨੂੰ ਸਾਂਭਿਆ ਹੋਇਆ ਤੇ 2 ਕਿਤਾਬਾਂ ਲਿਖ ਚੁੱਕੇ ਨੇ ਪੰਜਾਬ ਦੀ ਪੋਲਿਟਿਕਸ ਦੇ ਉੱਤੇ ਤੇ ਪੰਜਾਬ ਦੇ ਇਤਿਹਾਸ ਦੇ ਨੂੰ ਲੈ ਕੇ। ਸਾਰੇ ਇਹਨਾਂ ਨੇ ਕਾਫੀ ਰਿਸਰਚ ਕੀਤੀ ਹੈ। ਤੇ ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੈਲੀਵਿਜ਼ਨ, ਤੁਹਾਡਾ ਆਪਣਾ, ਤੁਹਾਡੇ ਲਈ। ਅਸੀਂ ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੇ ਨਵੀਂ ਪੇਸ਼ਕਸ਼ ਲੈ ਕੇ ਸਰਦਾਰ ਜਗਤਾਰ ਸਿੰਘ ਹੋਰਾਂ ਦੇ ਨਾਲ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ।